ਆਮ ਤੌਰ 'ਤੇ ਜਦੋਂ ਮੈਂ ਲਿਖਣ ਵਿੱਚ ਨਹੀਂ ਆਇਆ ਸੀ ਜਾਂ ਹੁਣ ਵੀ ਕੋਈ ਹੋਰ ਜਿਹੜੇ ਲੇਖਕ ਨੇ ਉਹਨਾਂ ਦੇ ਜ਼ਿੰਦਗੀ ਦੇ ਅਨੁਭਵਾਂ ਨੂੰ ਜਾਣਨ ਵਿੱਚ ਇੱਕ ਦਿਲਚਸਪੀ ਰਹਿੰਦੀ ਹੈ। ਹਾਲਾਂਕਿ ਬਲਵੰਤ ਗਾਰਗੀ ਨੇ ਇਹ ਵੀ ਕਿਹਾ ਸੀ ਕਿ ਤੁਸੀਂ ਗਾਂ ਦਾ ਦੁੱਧ ਪੀਣਾ ਹੁੰਦਾ, ਉਹ ਜਿੱਥੋਂ ਮਰਜ਼ੀ ਘਾਹ ਚਰ ਕੇ ਆਈ ਹੋਵੇ, ਉਹਦੇ ਪਿੱਛੇ ਨਹੀਂ ਜਾਣਾ ਚਾਹੀਦਾ, ਉਹ ਕਿਹੜੇ ਕਿਹੜੇ ਖੇਤਾਂ 'ਚ ਗਈ, ਕਿੱਥੇ ਕਿੱਥੇ ਸੀ। ਪਰ ਫਿਰ ਵੀ ਇੱਕ ਦਿਲਚਸਪੀ ਬਣ ਜਾਂਦੀ ਹੈ ਹਮੇਸ਼ਾ ਹੀ ਕਿ ਜਿਹੜਾ ਲੇਖਕ ਹੈ ਜਾਂ ਕੋਈ ਕਵੀ ਹੈ ਉਹਦੇ ਅਨੁਭਵ ਦੇ ਅੰਦਰ ਕਿਹੜੀਆਂ ਕਿਹੜੀਆਂ ਚੀਜ਼ਾਂ ਬਣੀਆਂ ਪਈਆਂ, ਔਰ ਜਿਹੜੀ ਕੋਈ ਚੀਜ਼ ਉਹਨੇ ਲਿਖੀ ਉਹਦੇ ਪਿੱਛੇ ਕਿਸ ਕਿਸਮ ਦਾ ਇੱਕ ਪਿਛੋਕੜ ਰਿਹਾ, ਜਾਂ ਉਹਦੀ ਜ਼ਿੰਦਗੀ ਵਿੱਚ ਕਿਸ ਤਰ੍ਹਾਂ ਦੇ ਮੁਕਾਮ ਆਏ ਕਿ ਉਹ ਲਿਖਣ ਵੱਲ ਆਇਆ ਜਾਂ ਕੋਈ ਆਰਟਿਸਟ ਕਿਸੇ ਪਾਸੇ ਜਾਂਦਾ। ਤੋ ਇਹ ਗੱਲਾਂ ਜਿਹੜੀਆਂ ਨੇ ਉਹ ਸੁਣਨ ਵਾਲਿਆਂ ਲਈ ਕਦੇ ਕਦੇ ਦਿਲਚਸਪੀ ਦਾ ਕਾਰਨ ਬਣ ਜਾਂਦੀਆਂ ਨੇ। ਤੋ ਮੇਰੇ ਲਿਹਾਜ਼ ਨਾਲ, ਕਿਉਂਕਿ ਲੈਕਚਰਸ ਜਿਹੜੇ ਸੀ ਮੇਰੇ ਇਸੇ ਤਰੀਕੇ ਨਾਲ ਡਿਪਾਰਟਮੈਂਟ ਨੇ ਪਲਾਨ ਕੀਤੇ ਕਿ ਪਹਿਲੇ ਦਿਨ ਮੈਂ ਥੋੜ੍ਹਾ ਕਵਿਤਾ ਬਾਰੇ ਗੱਲ ਕਰੂੰਗਾ ਥੀਰੀ ਦੇ ਰੂਪ ਵਿੱਚ, ਔਰ ਦੂਜੇ ਦਿਨ ਫਿਰ ਮੈਂ ਆਪਣੀ ਗੱਲ ਅਤੇ ਆਪਣੀ ਕਵਿਤਾ ਦੀ ਗੱਲ ਕਰੂੰਗਾ, ਅਤੇ ਤੀਸਰੇ ਦਿਨ ਫਿਰ ਅਸੀਂ ਕਵਿਤਾ ਪਾਠ ਵਾਲੇ ਤਰੀਕੇ ਨਾਲ ਕੁਛ ਗਜ਼ਲਾਂ ਜਿਹੜੀਆਂ ਨੇ ਜਾਂ ਰਚਨਾਵਾਂ ਉਹ ਸਾਂਝੀਆਂ ਕਰਾਂਗੇ। ਪਰਸੋਂ ਕੱਲ੍ਹ ਛੁੱਟੀ ਦਾ ਦਿਨ ਹੋਏਗਾ। ਤੋ ਇਹ ਸਾਰਾ ਕੁਛ ਜਦੋਂ ਕਿਸੇ ਐਸੀ ਤੁਸੀਂ ਗੱਲਬਾਤ ਦੇ ਅੰਦਰ ਜਾਣਾ ਹੁੰਦਾ ਤਾਂ ਤੁਸੀਂ ਆਪ ਫਿਰ ਇੱਕ ਪਿਛਲ ਝਾਤ ਮਾਰਦੇ ਹੋ ਕਿ ਜਿਵੇਂ ਅੰਗਰੇਜ਼ੀ ਵਿੱਚ ਜਿਹਨੂੰ ਅਸੀਂ ਕਹਿੰਦੇ ਕਿ ਤੁਸੀਂ ਆਪਣੇ ਆਪ ਨੂੰ ਰੀਵਿਜ਼ਿਟ ਕਰਦੇ ਹੋ ਕਿ ਇਹ ਸਾਰਾ ਕੁਛ ਜਿਹੜਾ ਮੈਂ ਹਾਂ ਅੱਜ ਲਿਖਤ ਦੇ ਅੰਦਰ, ਉਹਦੇ ਬੀਜ ਕਿੱਥੇ ਪਏ ਨੇ, ਉਹਦਾ ਪਿੱਛਾ ਕਿੱਥੇ ਜਾ ਕੇ ਜੁੜਦਾ ਇਸ ਤਰੀਕੇ ਨਾਲ। ਤਾਂ ਮੈਂ ਤਕਰੀਬਨ ਕੋਈ 40 ਸਾਲ ਦਾ ਮੇਰਾ ਵਾਸਤਾ ਹੈ ਕਵਿਤਾ ਨਾਲ। ਮੈਂ 20 ਸਾਲ ਦੀ ਉਮਰ ਦੇ ਅੰਦਰ ਲਿਖਣਾ ਸ਼ੁਰੂ ਕੀਤਾ। ਸਾਰੇ ਜੋੜ ਕੇ ਕਿੰਨੇ 60 ਬਣ ਗਏ? ਹਾਂ, 60 ਹੋ ਗਏ। ਤੋ ਪਹਿਲੀਆਂ ਜਿਹੜੀਆਂ ਚੀਜ਼ਾਂ ਸੀ ਮਤਲਬ ਉਹ ਕੁਛ ਹੀ ਸਮੇਂ ਦੇ ਅੰਦਰ, ਇੱਕ ਅੱਧੇ ਸਾਲ ਦੇ ਅੰਦਰ ਵਾਪਰਨੀਆਂ ਸ਼ੁਰੂ ਹੋਈਆਂ। ਜਦੋਂ ਮੈਂ 10ਵੀਂ ਦਾ ਇਮਤਿਹਾਨ ਪਾਸ ਕੀਤਾ ਉਦੋਂ ਤੱਕ ਮੈਨੂੰ ਨਹੀਂ ਅੰਦਾਜ਼ਾ ਸੀ ਕਿ ਮੈਂ ਕਵਿਤਾ ਲਿਖ ਸਕਦਾ। ਉਦੋਂ ਮਤਲਬ 15 ਸਾਲ ਦੀ ਉਮਰ ਸੀਗੀ। ਅਤੇ ਉਸ ਤੋਂ ਬਾਅਦ ਕੋਈ ਅਗਲੇ 1-2 ਸਾਲਾਂ ਦੇ ਅੰਦਰ ਹੀ ਕੁਛ ਚੀਜ਼ਾਂ ਐਸੀਆਂ ਬਣੀਆਂ, ਵਾਪਰੀਆਂ ਕਿ ਅਚਾਨਕ ਫਿਰ ਜਿਹੜੀ ਕਵਿਤਾ ਨਾਲ ਮੇਰੀ ਵਾਬਸਤਗੀ ਹੈ ਉਹ ਇੱਕ ਤਰੀਕੇ ਨਾਲ ਕੁਦਰਤੀ ਤੌਰ 'ਤੇ ਬਣ ਗਈ। ਅਸਲ ਵਿੱਚ ਕੀ ਹੈ ਕਿ ਮੈਂ ਘਰਦਿਆਂ ਦੇ ਕਹੇ ਜਾਂ ਜਿਹੜਾ ਸਾਡਾ ਦੌਰ ਸੀ ਜਨਰੇਸ਼ਨ ਦਾ, ਉੱਥੇ ਫਿਰ ਜਿਹੜੇ ਮਾਤਾ ਪਿਤਾ ਹੁੰਦੇ ਸੀ ਉਹਨਾਂ ਵੱਲੋਂ ਇੱਕ ਤਰ੍ਹਾਂ ਦਾ ਆਦੇਸ਼ ਹੁੰਦਾ ਸੀ ਕੋਈ ਵੀ ਕੰਮ ਕਰਨ ਲਈ, ਅੱਗੋਂ ਦੂਜੇ ਪਾਸਿਓਂ ਤੋਂ ਕੋਈ ਹੁੰਗਾਰਾ ਦੇਣ ਦੀ ਗੁੰਜਾਇਸ਼ ਨਹੀਂ ਹੁੰਦੀ ਸੀ। ਤਾਂ ਮੈਨੂੰ ਜਿਹੜਾ ਪੜ੍ਹਨ ਲਈ ਲਾਇਆ ਗਿਆ ਉਹ ਡਿਪਲੋਮਾ ਇਨ ਇਲੈਕਟ੍ਰੀਕਲ ਇੰਜੀਨੀਅਰਿੰਗ ਕਰਨ ਲਈ ਭੇਜਿਆ ਗਿਆ। ਤਾਂ ਜਿਹੜੀ ਉਹ ਜਗ੍ਹਾ ਸੀ ਉਹ ਰੋਡੇ ਲੰਡੇ, ਇੱਕ ਤੁਸੀਂ ਪੰਜਾਬ ਦਾ ਜੇ ਲੋਕੈਲ ਦੇਖਦੇ ਹੋ ਤਾਂ ਉਹਨੂੰ ਕਿਹਾ ਜਾਂਦਾ ਗੁਰੂ ਤੇਗ ਬਹਾਦਰਗੜ੍ਹ ਸੀ ਵੈਸੇ ਤਾਂ। ਉਸ ਕਾਲਜ ਦਾ ਨਾਮ ਪੋਲੀਟੈਕਨਿਕ, ਉੱਥੇ ਮੇਰਾ ਦਾਖਲਾ ਹੋਇਆ। ਤਾਂ ਉਹ ਜਿਹੜੀ ਇੰਜੀਨੀਅਰਿੰਗ ਦੀ ਪੜ੍ਹਾਈ ਸੀ ਉਹਦਾ ਮੇਰੇ ਅੰਦਰਲੇ ਬੰਦੇ ਨਾਲ ਕੋਈ ਵਾਸਤਾ ਨਹੀਂ ਬਣਦਾ ਸੀ। ਬਹੁਤ ਸਾਰੇ ਸਬਜੈਕਟ ਐਸੇ ਸੀ ਜਿਵੇਂ ਇਲੈਕਟ੍ਰੋਨਿਕਸ, ਉਹਦਾ ਮੈਨੂੰ ਹੁਣ ਤੱਕ ਨਹੀਂ ਪਤਾ ਲੱਗਿਆ। ਅਤੇ ਉਹ ਜਿਹੜਾ 3 ਸਾਲ ਦਾ ਡਿਪਲੋਮਾ ਸੀ ਉਹ ਫਿਰ ਮੈਂ ਕੋਈ ਲਗਭਗ 4.5 ਸਾਲਾਂ ਦੇ ਵਿੱਚ ਪੂਰਾ ਕਰ ਲਿਆ। ਉਹਦਾ ਮੈਨੂੰ ਮਿਲ ਗਿਆ ਸਰਟੀਫਿਕੇਟ ਅਖੀਰ ਦੇ ਵਿੱਚ। ਪਰ ਮੈਨੂੰ ਉਸ ਸਮੇਂ ਦੌਰਾਨ ਮਤਲਬ ਜਿਸ ਤਰ੍ਹਾਂ ਆਪਾਂ ਕਹਿੰਦੇ ਕਿ ਬੰਦਾ ਭਮੱਤਰ ਜਾਂਦਾ, ਉਹਨੂੰ ਕੁਛ ਪਤਾ ਨਹੀਂ ਲੱਗਦਾ ਵੀ ਇਹ ਕੀ ਹੋਈ ਜਾਂਦਾ। ਤਾਂ ਉਹ ਮੇਰੇ ਜਿਹੜਾ ਸਮਾਂ ਸੀ ਉਹ ਲਗਭਗ ਇਸ ਤਰੀਕੇ ਦਾ ਸਮਾਂ ਸੀ। ਦੂਸਰਾ ਸੀ ਕਿ ਉੱਥੇ ਪੰਜਾਬੀ ਦੇ ਜਿਹੜੇ ਗਜ਼ਲਕਾਰ ਨੇ ਜਸਵਿੰਦਰ, ਇਹ ਮੇਰੇ ਤੋਂ ਸੀਨੀਅਰ ਸੀ। ਅਤੇ ਉਹਨਾਂ ਦਿਨਾਂ ਦੇ ਵਿੱਚ ਹੀ ਜਿਹੜੀ ਮਤਲਬ ਤੁਹਾਡੀ ਇੱਕ ਵਿਚਾਰ ਦਾ ਜਾਂ ਖਿਆਲ ਦਾ ਇੱਕ ਖਮੀਰ ਬਣਦਾ, ਉਹ ਬਣਨ ਪਿੱਛੇ ਸੀ ਕਿ ਪੰਜਾਬ ਦੇ ਅੰਦਰ ਜਿਹੜੇ ਤੁਸੀਂ ਹਿਸਟਰੀ 'ਤੇ ਜਦੋਂ ਜਾਓਗੇ ਤਾਂ ਪੰਜਾਬ ਦੇ ਅੰਦਰ ਇੱਕ ਨਕਸਲਬਾੜੀ ਲਹਿਰ ਚੱਲੀ 70ਵਿਆਂ ਦੇ ਪਿਛਲੀ ਸਦੀ ਦੇ 7ਵੇਂ ਦਹਾਕੇ ਦੇ ਅੰਦਰ। ਬੰਗਾਲ ਤੋਂ ਚੱਲੀ ਸੀ, ਨਕਸਲਬਾੜੀ ਨਾਂ ਦੇ ਇੱਕ ਪਿੰਡ ਤੋਂ, ਹੁਣ ਤਾਂ ਉਹ ਜ਼ਿਲ੍ਹਾ ਬਣਿਆ ਹੋਇਆ। ਅਤੇ ਜਿਹੜੀ ਇੱਕ ਖਾੜਕੂ ਤਰੀਕੇ ਨਾਲ ਸੱਤਾ ਉੱਤੇ ਕਬਜ਼ਾ ਕਰਕੇ ਲੋਕਾਂ ਦੀ ਆਰਥਿਕਤਾ ਨੂੰ ਬਦਲਣਾ ਚਾਹੁੰਦੀ ਸੀ। ਜਿਹੜੀ ਇੱਕ ਖਾੜਕੂ ਲਹਿਰ ਜਿਹਦਾ ਮੈਂ ਜ਼ਿਕਰ ਬਾਅਦ ਵਿੱਚ ਵੀ ਕਰੂੰਗਾ ਜਾ ਕੇ, ਜਿਹੜੀ ਉਸ ਤੋਂ ਕੋਈ ਲਗਭਗ 20 ਸਾਲ ਬਾਅਦ ਪੈਦਾ ਹੋਈ, ਜਿਹਨੂੰ ਅਸੀਂ 84 ਵਾਲਾ ਦੌਰ ਕਹਿੰਦੇ ਹਾਂ, ਉਸ ਦੀ ਖਾੜਕੂ ਲਹਿਰ ਦਾ, ਇਹ ਜਿਹੜੀ ਪਹਿਲੀ ਖਾੜਕੂ ਲਹਿਰ ਜਿਹਦੇ ਨਾਲ ਮੈਂ ਗੱਲ ਕਰ ਰਿਹਾ ਨਕਸਲਬਾੜੀ ਲਹਿਰ, ਉਹਦਾ ਇੱਕ ਜਿਹੜਾ ਬੁਨਿਆਦੀ ਫ਼ਰਕ ਸੀ
कि सिख खाड़कू लहर कोल कोई आर्थिकता का प्रोग्राम नहीं सी, वो सिर्फ धर्म के लिहाज नाल एक तरह का राज बनाना चाहते सी। ते जिहड़ा नक्सलवाड़ी अंदोलन सी वो आर्थिकता के लिहाज नाल बराबरता वाला एक समाज बनाना चाहता सी। ये दो बुनियादी फर्क रहे। उन्हां दा तरीका इक्को ही सी सारी स्टेट नाल टकराउण दा जां अपना विरोध दर्ज कराउण दा, कि हिंसक अंदोलन जिहदे विच हथियार भी शामिल सी। तो वो सारा कुछ एक जिहड़ी बैकग्राउंड सी वो और इतफाक नाल जिहड़ी मैं जिहड़े कालेज विच मैं पढ़दा सी उत्थे इस लहर दे भी बहुत सारे जिहड़े सिमरतियां पईयां होईयां सी नक्सलवाड़ी अंदोलन दियां भी, ते बाद विच जिहड़े भिंडरां वाले दे अंदोलन का एक पैरा बनया। भिंडरां वाले दा पिंड भी रोडे ही सी। तो इस तरह ये दोवें चीज़ां, हालांकि मैं उदों उत्थों फिर रुखसत हो चुका सी उद तक जदों ये चीज़ां वापरियां, पर कई बार की हुंदा कि बहुत सारियां चीज़ां दा मौका मेल इस तरीके नाल बनदा है। तो जिहड़े पहले मेरे अंदर एक भाव आए कविता लिखण दे, एक तो ये सी कि जिहड़ी नक्सलवाड़ी लहर सी वो उतर चुकी सी, उहनूं 5-6-7 साल हो गए सी बंद होया। सरकार ने उन्होंने दबा दिता सी। उस समय प्रकाश सिंह बादल की गवर्नमेंट सीगी, पंजाब के अंदर सरकार सीगी, उदों यंग होंदे सी, मतलब जिस तरह के हुण सुखबीर सिंह बादल ने लगभग उस तरह की उम्र के अंदर। तो उस लहर नूं फिर जबरदस्ती पुलिस के रस्तियों बहुत सारे बंदे उन्होंने जिहड़े सीगे कारकुन वो फड़ के मार दिते, बहुत सारे अरेस्ट हो गए, बहुत सारे इस फिर लहर नूं छड्ड के रिव्यू किया। मतलब ये लहर किहड़ी सी जिहदा प्रमुख कवि साडे कोल पाश जाके बनदा है, संत राम उदासी बनता है, लाल सिंह दिल बनता है। और इस लहर की जी खासियत ये सी कि लहर ये राजनीतिक तौर पर तो बहुता कुछ हासिल नहीं कर सकी, पर यह पंजाबी नूं कवि बहुत वधिया देगी। मतलब ये बंगाल के अंदर या होर जिहड़ियां स्टेट्स के अंदर इस तरह की एक कार्रवाई या अमल चली, उहदे विचों पंजाब का एक जिहड़ा खास तौर पर प्राप्ति आपां कह सकते हैं कि इनू इस लहर दे विचों बहुत सारे कवि प्राप्त हो गए जिन्हां ने बहुत एक वड्डी कविता लिखी। पाश नूं तां ईवन असीं अंतरराष्ट्रीय तौर पर लोरका के बराबर बहुत वारी मनते हैं। तो इस तरीके नाल ये जिहड़ी लहर सी ये उतर चुकी सी। उस उतरी हुई लहर का भी जिहड़े असर सी थोड़े बहुते जथेबंदक तौर पर मुजाहरे हुंदे सी, कोई किते थाणा घेर लिया जांदा सी, विद्यार्थियों दी कोई बस पास के मसले सी, इस तरह के वो जिहड़ा सारा एक अंदोलन तो बाद भी एक असर रहिंदा। उस तरह का जदों मैं रोडे लंडे दे पॉलीटैक्निक के अंदर पढ़न आया तो उत्थे इस किस्म का असर सी। ते जिहड़ी मैं शायद पहली कविता भी लिखी वो भी ਉਹਦਾ कोई लाइना इस तरह का भाव सी कि माए नहीं माए मेरी लाश उत्ते हंझू ना वहावी, है ना। इस तरह का मतलब कि शहादत दे जिन्होंने बाद अमरजीत चंदन ने शहादत का रोमांस कहा, उस तरह के शहीदी के रोमांस वाली जिहड़ी 19-20 साल की उम्र जिहड़ी समझ हुंदी है जां जिन्ना तुसीं आले दुआले सिखते हो, तो इस तरह की एक मेरी कविता की पैदावार हुई। तो ये पिछे जिहड़ा मोटा कारण है, मैं जो बहुत बारी अवचेतन नूं फरोल के देखदा भी की कारण सी, तो मैनूं लगदा हुंदा सी कि जिहड़े वो नक्सलवाड़ी लहर दे जां स्टूडेंट्स लहर दे वड्डे लीडर सी जां ये कवि सी साडा जसविंदर जां इस तरह, इन्हां नूं देख के मैं लगदा सी भी ये बंदे बड़े विशेष है तो मैनूं भी मतलब खास बनना चाहिए। तो फिर शायद वो कविता का रस्ता ही एक मैनूं लभ्या मिलिया कि जिस राही मैं उन्हां वर्गा बनना जां उन्हां वांगू प्रसिद्ध होना जां इस तरह की कोई मैनूं चीज़ वो पिछे नज़र आउंदी, होर कोई बहुते कारण नज़र नहीं आउंदे। दूजा कारण जिहड़ा मैनूं हुण बहुत वारी लगदा हुंदा पिछे देख के कि जिवें आम तौर पर असीं कहने हैं कि किसी बंदे नूं कलाकार बनण लई उहदे अंदर एक कोई महरूमी उहदे अंदर कोई ना कोई उहदे अंदर तड़प, उहदे अंदर कोई ना कोई घाट, कोई ना कोई जिहनूं वो तलाश करदा अपने आर्ट राहीं शब्दां राहीं, वो किते ना किते पई हुंदी है। बहुत वारी असीं कविता नूं किसी मुहब्बत दे विछोड़े नाल जोड़ के उहदी जड़ नूं तलाशण करदे हैं, कोशिश करदे हैं। जिहड़ा प्यार का अनुभव सी वो मेरी कविता विच बहुत बाद विच जाके फिर आउंदा है। जिवें उस उम्र च नहीं कि तुसीं चढ़दी उम्र च जिवें शिव कुमार तो प्रभावित होकर कविता लिखनी शुरू करते सी साडे दौर के लोग, मेरे नाल इस तरह नहीं होया। शिव कुमार नूं मैं बहुत बाद विच जाके पढ़िया किते,
ਤਾਂ ਉਸ ਤਰੀਕੇ ਨਾਲ ਫਿਰ ਜਿਹੜੀ ਇੱਕ ਕਵੀ ਬਣਨ ਲਈ ਜਾਂ ਇੱਕ ਤੁਹਾਨੂੰ ਅੰਦਰੋਂ ਇੱਕ ਹੁਲਾਰ ਕਵਿਤਾ ਵੱਲ ਜਾਣ ਲਈ ਚਾਹੀਦਾ ਸੀ, ਉਹ ਮੈਨੂੰ ਲੱਗਦਾ ਸੀ ਕਿ ਜਿਹੜਾ ਮੇਰਾ ਡਿਪਲੋਮਾ ਦੀ ਪੜ੍ਹਾਈ ਦੇ ਵਿੱਚ ਮੇਰੀਆਂ ਫੇਲੀਅਰਸ ਰਹੀਆਂ, ਉਹਨੇ ਮੇਰੇ ਉੱਤੇ ਮਾਨਸਿਕ ਤੌਰ 'ਤੇ ਬਹੁਤ ਇੱਕ ਤਰ੍ਹਾਂ ਸੱਟ ਮਾਰੀ। ਜਿਹੜੀ ਕੋਈ ਤੜਪ ਤੁਹਾਡੇ ਅੰਦਰ ਜਾਂ ਇੱਕ ਦਰਦ ਜਾਂ ਕੋਈ ਵੈਰਾਗ ਤੁਹਾਡੇ ਅੰਦਰ ਸ਼ਾਇਰ ਹੋਣ ਲਈ ਹੋਣਾ ਹੁੰਦਾ, ਮੈਨੂੰ ਲੱਗਦਾ ਕਿ ਉਸ ਚੀਜ਼ ਨੇ ਮੇਰੇ ਅੰਦਰ ਉਹ ਪੈਦਾ ਕੀਤਾ। ਤਾਂ ਉਹ ਡਿਪਲੋਮਾ ਨੇ ਮੇਰਾ ਮਤਲਬ ਕਹਿ ਲਓ ਤਜਰਬੇ ਦੇ ਵਿੱਚ ਬਹੁਤ ਫਾਇਦਾ ਕੀਤਾ ਅਤੇ ਮੈਨੂੰ ਕਵਿਤਾ ਵਾਲੇ ਪਾਸੇ ਵੀ ਤੋਰਿਆ। ਬੇਸ਼ੱਕ ਉਹ ਜ਼ਿੰਦਗੀ 'ਚ ਹੋਰ ਨਹੀਂ ਮੇਰੇ ਕਿਤੇ ਕੰਮ ਆਇਆ, ਕਿਉਂਕਿ ਬਾਅਦ ਵਿੱਚ ਫਿਰ ਮੈਂ ਇੱਧਰ ਅਕੈਡੈਮਿਕਸ ਵਾਲੇ ਪਾਸੇ ਆ ਗਿਆ। ਅਤੇ ਉਦੋਂ ਜ਼ਮਾਨੇ ਭਲੇ ਹੁੰਦੇ ਸੀ ਕਿ ਤੁਸੀਂ ਗੇੜੇ ਗੂੜੇ ਕੱਢ ਕੇ ਵੀ ਸਮੇਂ ਸਿਰ ਹੀ, ਮਤਲਬ ਮੈਂ 30 ਸਾਲ ਦੀ 29 ਸਾਲ ਦੀ ਉਮਰ 'ਚ ਠੀਕ ਨੌਕਰੀ 'ਚ ਆ ਗਿਆ ਸੀ। ਉੱਧਰੋਂ ਪੜ੍ਹਾਈ 'ਚੋਂ ਫੇਲ ਫੂਲ ਹੋ ਕੇ ਵੀ, ਅਤੇ ਇੱਕ ਅੱਧਾ ਸਾਲ ਮੈਂ ਬਿਜਲੀ ਬੋਰਡ ਵਿੱਚ ਨੌਕਰੀ ਕਰਕੇ ਵੀ ਉੱਧਰੋਂ ਛੱਡ ਕੇ, ਜਿਵੇਂ ਕੱਲ੍ਹ ਜ਼ਿਕਰ ਹੋਇਆ। ਤਾਂ ਉਸ ਤਰੀਕੇ ਨਾਲ ਫਿਰ ਇਹ ਜਿਹੜਾ ਸਾਰੇ ਦਾ ਸਾਰਾ ਇੱਕ ਤੁਹਾਡਾ ਮਾਨਸਿਕਤਾ ਬਣਦੀ ਹੈ, ਜਿਹਦੇ ਵਿੱਚ ਤੁਸੀਂ ਵਿਛੁੰਨੇ ਹੋਏ ਹੁੰਦੇ ਹੋ ਕਿਸੇ ਚੀਜ਼ ਨਾਲੋਂ, ਅਤੇ ਉਹਨੂੰ ਫਿਰ ਸ਼ਬਦਾਂ ਰਾਹੀਂ ਜਾਂ ਕਵਿਤਾ ਦੇ ਦੁਆਰਾ ਦੱਸਣ ਦੀ ਕੋਸ਼ਿਸ਼ ਕਰਦੇ ਹਾਂ। ਉਹ ਸਾਰਾ ਕੁਛ ਉਹਦੇ ਨਾਲ ਬਣਦਾ। ਦੂਜੀ ਜਿਹੜੀ ਗੱਲ ਇਹਦੇ ਨਾਲ ਕਰਨੀ ਬਣਦੀ ਹੈ ਕਿ ਬਹੁਤ ਵਾਰੀ ਅਸੀਂ ਜਦੋਂ ਕਿਸੇ ਵੀ ਆਰਟ ਫਾਰਮ ਦੇ ਅੰਦਰ ਜਾਂਦੇ ਹਾਂ, ਤਾਂ ਤੁਸੀਂ ਕੋਈ ਨਾ ਕੋਈ ਔਨਰ ਚੁਣਦੇ ਹੋ ਕਿ ਮੈਂ ਪੇਂਟ ਕਰਨ ਲੱਗਣਾ, ਜਾਂ ਮੈਂ ਕੋਈ ਫੋਟੋਗ੍ਰਾਫੀ ਕਰਨੀ ਹੈ, ਮੈਂ ਮਿਊਜ਼ਿਕ ਵਿੱਚ ਜਾਣਾ, ਮੈਂ ਲਿਖਣਾ ਸ਼ੁਰੂ ਕਰਨਾ, ਜਾਂ ਹੋਰ ਕੋਈ ਵੀ ਕਲਾ ਨਾਚ ਵੱਲ ਜਾਣਾ। ਤਾਂ ਉਹ ਜਿਹੜੀ ਇੱਕ ਤੁਸੀਂ ਰੂਪ ਦੀ ਚੋਣ ਕਰਦੇ ਹੋ, ਉਹਦੇ ਪਿੱਛੇ ਵੀ ਬਹੁਤ ਵਾਰੀ ਕੋਈ ਕਿਸੀਆਂ ਵੱਡੇ ਅਸਰ ਤੁਹਾਡੇ ਅਚੇਤ ਤੌਰ 'ਤੇ ਪਏ ਹੁੰਦੇ। ਜਿਵੇਂ ਮੈਂ ਕਿਹਾ ਸੀ ਕਿ ਸਾਡੀ ਉਮਰ ਦੇ ਜਿਹੜੇ ਬੰਦੇ ਸੀ, ਉਹ ਜਦੋਂ ਕਵਿਤਾ ਲਿਖਣਾ ਸ਼ੁਰੂ ਕਰਦੇ ਸੀ, ਤਾਂ ਆਮ ਤੌਰ 'ਤੇ ਸ਼ਿਵ ਕੁਮਾਰ ਦੀ ਜਿਹੜੀ ਹਿਜਰ ਦੀ ਭਾਵਨਾ ਸੀ ਜਾਂ ਉਦਾਸੀ ਸੀ ਸ਼ਿਵ ਕੁਮਾਰ ਦੀ, ਉਸ ਨੂੰ ਆਪਣੇ ਉੱਤੇ ਤਾਰੀ ਕਰਕੇ ਇਸ ਤਰ੍ਹਾਂ ਇੱਕ ਉਸ ਭਾਵ 'ਚੋਂ ਕਵਿਤਾ ਲਿਖਣ ਵੱਲ ਜਾਂਦੇ ਸੀ। ਅਤੇ ਮੇਰੇ ਉੱਤੇ ਜਿਹੜਾ ਅਸਰ ਸੀ, ਉਸ ਸਮੇਂ ਮੈਂ ਜਿੰਨੀਆਂ ਕੁ ਚੀਜ਼ਾਂ ਪੜ੍ਹੀਆਂ ਸੀ, ਉਹ ਡਾਕਟਰ ਜਗਤਾਰ ਔਰ ਸੁਰਜੀਤ ਪਾਤਰ ਦਾ ਅਸਰ ਸੀ। ਤਾਂ ਇਹ ਦੋਵੇਂ ਕਵੀ ਵੀ ਕਿਉਂਕਿ ਗਜ਼ਲ ਲਿਖ ਰਹੇ ਸੀ, ਹਾਲਾਂਕਿ ਬਾਅਦ ਵਿੱਚ ਸੁਰਜੀਤ ਪਾਤਰ ਦੀਆਂ ਵੀ ਨਜ਼ਮਾਂ ਸਾਹਮਣੇ ਆਈਆਂ, ਪਰ ਉਹਨਾਂ ਦਿਨਾਂ 'ਚ ਜਿਹੜੀ ਪਹਿਲੀ ਉਹਨਾਂ ਦੀ ਕਿਤਾਬ ਸੀ ਹਵਾ ਵਿੱਚ ਲਿਖੇ ਹਰਫ, ਉਹੀ ਸੀ। ਜਗਤਾਰ ਹੋਰਾਂ ਦੀ ਸ਼ੀਸ਼ੇ ਦਾ ਜੰਗਲ ਸੀ, ਜਾਂ ਉਸ ਤੋਂ ਪਹਿਲਾਂ ਕੋਈ ਛਿਟਪੁਟ ਇੱਕ ਦੋ ਚੀਜ਼ਾਂ ਮੈਂ ਉਹਨਾਂ ਦੀਆਂ ਹੋਰ ਦੇਖੀਆਂ ਹੋਣਗੀਆਂ। ਤਾਂ ਇਹਨਾਂ ਦੋ ਕਵੀਆਂ ਦਾ ਇੱਕ ਵੱਡਾ ਮੇਰੇ 'ਤੇ ਅਸਰ ਰਿਹਾ। ਬਾਅਦ ਵਿੱਚ ਬੇਸ਼ੱਕ ਮੈਂ ਜਿਵੇਂ ਦੱਸਿਆ ਕਿ ਸ਼ਿਵ ਕੁਮਾਰ ਨੂੰ ਮੈਂ ਬਾਅਦ ਵਿੱਚ ਚੰਗੇ ਤਰੀਕੇ ਨਾਲ ਪੜ੍ਹਿਆ, ਜਾਂ ਪਾਸ਼ ਨੂੰ ਮੈਂ ਬਾਅਦ ਵਿੱਚ ਜਾ ਕੇ ਚੰਗੇ ਤਰੀਕੇ ਨਾਲ ਪੜ੍ਹਿਆ। ਤਾਂ ਇਉਂ ਲਿਖਣ ਦੇ ਇੱਕ ਰੂਪ ਦੀ ਚੋਣ ਵਿੱਚ ਅਚੇਤ ਤੌਰ 'ਤੇ ਮਤਲਬ ਮੇਰੇ ਕੋਲੋਂ ਗਜ਼ਲ ਚੁਣੀ ਗਈ, ਅਤੇ ਜਿਹਦੀ ਮੈਂ ਕੋਈ ਬਾਕਾਇਦਾ ਸਿਖਲਾਈ ਨਹੀਂ ਲਈ। ਹਾਲਾਂਕਿ ਇਹ ਵੀ ਇੱਕ ਐਸਾ ਰੂਪ ਹੈ ਜਿਹੜਾ ਬਹੁਤ ਇੱਕ ਸਖਤ ਕਿਸਮ ਦੇ ਬੰਦੇਜ ਦਾ ਬਣਿਆ ਹੋਇਆ ਹੁੰਦਾ, ਜਿਹਨੂੰ ਤੁਹਾਨੂੰ ਸਿੱਖਣਾ ਪੈਂਦਾ। ਪਰ ਮੈਂ ਅਕਸਰ ਇਹ ਕਹਿਣਾ ਹੁੰਦਾ ਕਿ ਮੈਨੂੰ ਗਜ਼ਲ ਦੇ ਰੂਪ ਬਾਰੇ ਹੁਣ ਤੱਕ ਵੀ ਬਹੁਤਾ ਨਹੀਂ ਕੁਛ ਪਤਾ, ਥੋੜ੍ਹਾ ਮੋਟਾ ਮੋਟਾ ਪਤਾ, ਅਤੇ ਉਹਦੇ ਨਾਲ ਮੇਰਾ ਕੰਮ ਚੱਲੀ ਜਾਂਦਾ। ਮੈਂ ਫਿਰ ਬਹੁਤ ਇਹਦੀ ਬਾਰੀਕੀ ਦੇ ਅੰਦਰ ਜਾਣ ਦੀ, ਜਾਂ ਉਹਨੂੰ ਬਹੁਤ ਲਰਨ ਕਰਨ ਦੀ, ਜਾਂ ਉਹਨੂੰ ਅੰਗੀਕਾਰ ਕਰਨ ਦੀ ਕਦੇ ਕੋਸ਼ਿਸ਼ ਕੀਤੀ ਵੀ ਨਹੀਂ। ਦੂਜਾ ਕਿ ਮੈਂ ਗਜ਼ਲ ਦੇ ਅੰਦਰ ਵੀ ਥੋੜ੍ਹਾ ਇਸ ਤਰ੍ਹਾਂ ਮੰਨਦਾ ਕਿ ਜਿਹੜੇ ਰੂਪ ਐਸੇ ਬਣ ਜਾਂਦੇ ਆ ਸਾਹਿਤ ਦੇ, ਜਿੱਥੇ ਰੂਪ ਦੀ ਇੱਕ ਰੂਪ ਰੇਖਾ ਐਸੀ ਬੜੀ ਸਖਤ ਹੋ ਜਾਂਦੀ ਹੈ ਕਿ ਉਹਦੇ ਅੰਦਰ ਫਿਰ ਤੁਹਾਨੂੰ ਰੂਪ ਦੇ ਵਿੱਚ ਕੋਈ ਬਹੁਤ ਨਵਾਂ ਤਜਰਬਾ ਕਰਨ ਦੀ ਗੁੰਜਾਇਸ਼ ਨਹੀਂ ਹੁੰਦੀ। ਕਿਉਂਕਿ ਜਦੋਂ ਅਸੀਂ ਲਿਖਣਾ ਸ਼ੁਰੂ ਕਰਦੇ ਹਾਂ, ਮਤਲਬ ਮੈਂ ਆਪਣੇ ਵਕਤ ਦੀ ਗੱਲ ਕਰਦਾ ਕਿ ਉਦੋਂ ਸਲੇਟ ਹੁੰਦੀ ਸੀ ਜਾਂ ਫੱਟੀ ਹੁੰਦੀ ਸੀ, ਜਿਹਦੇ 'ਤੇ ਪਹਿਲਾਂ ਕੋਈ ਤੁਹਾਨੂੰ ਪੂਰਨੇ ਪਾ ਕੇ ਦਿੰਦਾ ਸੀ, ਜਾਂ ਲਕੀਰ, ਤੁਸੀਂ ਲਕੀਰਾਂ ਵਾਲੇ ਕਾਗਜ਼ 'ਤੇ ਅਸੀਂ ਲਿਖਦੇ ਹਾਂ। ਪਰ ਹੌਲੀ ਹੌਲੀ ਫਿਰ ਉਹ ਤੁਹਾਡੇ ਮਨ ਦੇ ਅੰਦਰ ਉਹ ਲਕੀਰਾਂ, ਉਹ ਆਕਾਰ ਬਣ ਜਾਂਦੇ, ਅਤੇ ਤੁਸੀਂ ਫਿਰ ਸਾਫ਼ ਥਾਂ ਉੱਤੇ ਵੀ ਲਿਖਣ ਦੇ ਕਾਬਲ ਹੋ ਜਾਂਦੇ ਹੋ। ਤਾਂ ਇਸ ਤਰ੍ਹਾਂ ਗਜ਼ਲ ਦੇ ਅੰਦਰ ਮੈਨੂੰ ਲੱਗਦਾ ਸੀ ਕਿ ਉਹ ਇੱਕ ਜਿਹੜਾ ਚੌਕਟਾ ਬਣਿਆ ਹੋਇਆ, ਉਹਦੇ ਅੰਦਰ ਫਿਰ ਕੁਛ ਖਿਆਲ ਦੀ ਉਡਾਰੀ ਤਾਂ ਮਾਰੀ ਜਾ ਸਕਦੀ, ਉਹਦੇ ਰੂਪ ਦੇ ਵਿੱਚ ਨਹੀਂ ਕੋਈ ਬਹੁਤਾ ਉੱਡਿਆ ਜਾ ਸਕਦਾ। ਖਿਆਲ ਦੇ ਅੰਦਰ ਜਾਂ ਗਜ਼ਲਕਾਰੀ ਦੇ ਅੰਦਰ ਜਿਹੜੇ ਵਿਰੋਧਾਭਾਸ ਦੇ ਜਾਂ ਜਿਹੜੀਆਂ ਬਾਈਨਰੀਜ਼ ਅਸੀਂ ਬਣਾ ਕੇ ਗਜ਼ਲ ਦੇ ਸ਼ੇਰਾਂ ਨੂੰ ਪੈਦਾ ਕਰਦੇ ਹਾਂ, ਉਹਦੇ ਅੰਦਰ ਕੋਈ ਨਾ ਕੋਈ ਤਬਦੀਲੀ ਬਣਾਈ ਜਾ ਸਕਦੀ ਹੈ। ਜਿਵੇਂ ਅਸੀਂ ਰਾਤ ਵੀ ਡਾਕਟਰ ਸਾਹਿਬ ਨਾਲ ਗੱਲ ਕਰ ਰਹੇ ਸੀ ਕਿ ਮਿਸਾਲ ਦੇ ਤੌਰ 'ਤੇ ਇੱਕ ਮੇਰੀ ਗਜ਼ਲ ਸੀ, ਭਰੀ ਹੈ ਅੱਖ ਫਿਰ ਪਥਰਾਟ 'ਚੋਂ ਪਾਰਾ ਨਿਕਲਿਆ ਹੈ, ਅਜੇ ਕਿੱਥੇ ਉਹ ਮੇਰੀ ਜਾਨ 'ਚੋਂ ਸਾਰਾ ਨਿਕਲਿਆ ਹੈ। ਉਹਦੇ ਵਿੱਚ ਇੱਕ ਸ਼ੇਰ ਸੀਗਾ ਕਿ ਸਮੁੰਦਰ ਵਾਂਗ ਹੀ ਖਾਰੇ ਸੀ ਸਭ ਦਰਿਆ ਵੀ ਤੇਹਾਂ ਦੇ, ਹਰ ਇੱਕ ਪਾਣੀ ਹੀ ਸਾਡੀ ਪਿਆਸ ਤੋਂ ਭਾਰਾ ਨਿਕਲਿਆ ਹੈ।
ਅਮੂਮਨ ਜੇ ਗਜ਼ਲ ਦੀ ਵਿਆਕਰਨ ਵਿੱਚ ਅਸੀਂ ਇਹਨੂੰ ਲਿਖਣਾ ਹੁੰਦਾ ਜਾਂ ਮਤਲਬ ਮੇਰੀ ਥਾਂ 'ਤੇ ਕਿਸੇ ਹੋਰ ਕਵੀ ਨੇ ਲਿਖਣਾ ਹੁੰਦਾ ਤਾਂ ਉਹ ਸ਼ਾਇਦ ਇੱਥੇ ਪਾਣੀ ਨੂੰ ਖਾਰਾ ਪਾਣੀ ਉਹਨੇ ਕਹਿਣਾ ਸੀ, ਪਾਣੀ ਖਾਰਾ ਨਿਕਲਿਆ ਹੈ। ਪਰ ਮੈਨੂੰ ਲੱਗਿਆ ਕਿ ਇਸ ਤੋਂ ਫਿਰ ਥੋੜ੍ਹਾ ਜਿਹਾ ਇੱਕ ਅਲੱਗ ਤੁਹਾਨੂੰ ਜਿਹੜੀ ਬਾਈਨਰੀਜ਼ ਨੇ ਉਹਦੇ ਵਿੱਚ ਕੋਈ ਤਜਰਬਾ ਕਰਨਾ ਚਾਹੀਦਾ। ਤਾਂ ਬਹੁਤ ਸਾਰੀਆਂ ਮੇਰੀਆਂ ਗਜ਼ਲਾਂ ਦੇ ਅੰਦਰ ਇਸ ਤਰ੍ਹਾਂ ਦੀ ਮੈਂ ਚੀਜ਼ ਕਰਨ ਦੀ ਕੋਸ਼ਿਸ਼ ਕਰਦਾ, ਕਿਤੇ ਕਾਮਯਾਬ ਹੋ ਜਾਈਦਾ, ਕਿਤੇ ਨਹੀਂ ਵੀ ਕਾਮਯਾਬ ਹੋਈਦਾ। ਇੱਕ ਹੋਰ ਸ਼ੇਰ ਮੈਨੂੰ ਯਾਦ ਆਉਂਦਾ ਕਿ ਉਹ ਸੀ ਇੱਕ ਲੰਬੀ ਬਹਿਰ ਦੀ ਉਹ ਗਜ਼ਲ ਹੈ, ਉਹਦੇ ਵਿੱਚ ਸੀ ਕਿ ਜਦੋਂ ਮੈਨੂੰ ਯਾਦ ਆਉਂਦੀ ਮੈਂ ਦੱਸਦਾ, ਹੁਣ ਇਹ ਮੇਰੇ ਵਿਸਰ ਗਈ ਕਿ ਹਨੇਰੇ ਦੀ ਫਸਲ ਨੂੰ ਕੱਟਦਿਆਂ ਮੈਂ ਦੁਮੇਲਾਂ ਤੀਕ ਮਰ ਕੇ ਪਹੁੰਚਿਆ ਸਾਂ, ਹੁਣੇ ਸੂਰਜ ਨੇ ਮੈਨੂੰ ਵੇਖਣਾ ਸੀ, ਮੈਂ ਕਿੱਥੇ ਆ ਕੇ ਅੰਨਾ ਹੋ ਗਿਆ ਹਾਂ। ਹੁਣ ਇੱਥੇ ਵੀ ਗੱਲ ਨੂੰ ਬਦਲਿਆ ਗਿਆ ਕਿ ਬੰਦੇ ਨੇ ਸੂਰਜ ਦੇਖਣਾ ਸੀ, ਬਲਕਿ ਉੱਥੇ ਫਿਰ ਸੂਰਜ ਨੇ ਦੇਖਣਾ ਸੀ ਕਿ ਬੰਦਾ ਮੇਰੇ ਵੱਲ ਆ ਰਿਹਾ ਅਤੇ ਬੰਦਾ ਅੰਨਾ ਹੋ ਗਿਆ। ਅਤੇ ਇਸ ਵਿੱਚੋਂ ਇੱਕ ਜਿਹੜਾ ਪੈਰਾਡੋਕਸੀਕਲ ਜੁਗਤ ਹੁੰਦੀ ਗਜ਼ਲ ਦੀ, ਉਹਦੇ ਵਿੱਚ ਹੋਰ ਤਜਰਬਾ ਕਰਨ ਦੀ ਕੋਸ਼ਿਸ਼ ਕੀਤੀ ਗਈ। ਤਾਂ ਇਸ ਤਰੀਕੇ ਨਾਲ ਮੈਨੂੰ ਮਤਲਬ ਮੈਂ ਗਜ਼ਲਕਾਰੀ ਦਾ ਇੱਕ ਜਿਹੜਾ ਬਹੁਤ ਭੂਪਵਾਦੀ ਰੂਪ ਕਿਹਾ ਜਾਂਦਾ ਇਹਨੂੰ, ਪੁਰਾਤਨ ਹੈ ਨਾ ਇੱਕ ਤਰੀਕੇ ਨਾਲ, ਇਹਦੇ ਅੰਦਰ ਫਿਰ ਤੁਸੀਂ ਖਿਆਲ ਦੀ, ਜਿਹਨੂੰ ਅੱਜ ਕੱਲ੍ਹ ਜਦੀਦ ਗਜ਼ਲ ਅਸੀਂ ਕਹਿੰਦੇ ਹਾਂ, ਉਰਦੂ ਵਾਲੇ ਕਹਿੰਦੇ ਆ, ਤਾਂ ਇਸ ਤਰ੍ਹਾਂ ਦੀਆਂ ਚੀਜ਼ਾਂ ਨਾਲ ਫਿਰ ਤੁਸੀਂ ਗਜ਼ਲ ਨੂੰ ਵੀ ਲੋਕਾਂ ਵਿੱਚ ਹਰਮਨ ਪਿਆਰਾ ਅਤੇ ਜਿਉਂਦਾ ਰੱਖ ਸਕਦੇ ਹੋ। ਜੇ ਤੁਸੀਂ ਬਿਲਕੁਲ ਉਸੇ ਤਰੀਕੇ ਨਾਲ ਚੀਜ਼ਾਂ ਨੂੰ ਰਵਾਇਤੀ ਤੌਰ 'ਤੇ ਹੀ ਲਿਖਦੇ ਰਹੋਗੇ ਤਾਂ ਫਿਰ ਮਤਲਬ ਜਿਹੜੇ ਰੂਪ ਹੈ ਉਹ ਆਪਣਾ ਵੇਲਾ ਵਿਹਾ ਜਾਂਦੇ ਆ। ਤਾਂ ਇਸ ਤਰੀਕੇ ਨਾਲ ਕੱਲ੍ਹ ਅਸੀਂ ਗੱਲ ਕਰਦੇ ਰਹੇ ਕਿ ਜਿਹੜੀ ਕਵਿਤਾ ਇਹ ਆਉਂਦੀ ਕਿੱਥੋਂ ਆ। ਮੈਂ ਪਾਤਰ ਸਾਹਿਬ ਨਾਲ ਮੈਂ ਇੱਕ ਵਾਰੀ ਗੱਲ ਕਰਦਾ ਸੀ ਅਤੇ ਉਹਨਾਂ ਨੇ ਉਹ ਸ਼ੇਰ ਪੜ੍ਹਿਆ ਕਿ ਛੁਪਾ ਕੇ ਰੱਖਦਾ ਹਾਂ ਮੈਂ ਤੈਥੋਂ ਤਾਜ਼ੀਆਂ ਗਜ਼ਲਾਂ, ਮਤਾਂ ਤੂੰ ਜਾਣ ਕੇ ਰੋਵੇਂ ਮੈਂ ਕਿਸ ਜਹਾਨ 'ਚ ਹਾਂ। ਅਤੇ ਮੈਂ ਉਹਨਾਂ ਨੂੰ ਸਵਾਲ ਕਿਹਾ ਕਿ ਇਹ ਜਿਹੜਾ ਜਹਾਨ ਇਹ ਕਿਹੜਾ ਜਹਾਨ ਹੁੰਦਾ ਜਿਹਦੀ ਤੁਸੀਂ ਗੱਲ ਕਰਦੇ ਹੋ। ਤਾਂ ਇਹ ਜਹਾਨ ਜਿਹੜਾ ਮਤਲਬ ਇਹ ਕਵਿਤਾ ਦਾ ਜਾਂ ਕਵੀ ਦਾ ਜਹਾਨ ਹੁੰਦਾ ਹੈ। ਜਿਹੜੀ ਦੁਨੀਆ ਸਾਨੂੰ ਮਿਲਦੀ ਹੈ, ਰਿਸ਼ਤੇ, ਘਰ, ਸੜਕਾਂ, ਮੁਸ਼ਕਲਾਂ, ਮੌਤ, ਜ਼ਿੰਦਗੀ, ਇਹ ਤਾਂ ਸਭ ਬੰਦਿਆਂ ਨੂੰ ਇੱਕੋ ਤਰ੍ਹਾਂ ਦੀ ਮਿਲਦੀ ਹੈ। ਪਰ ਕਵੀ ਆਪਣੇ ਅਨੁਭਵ 'ਚੋਂ ਅਤੇ ਆਪਣੀ ਪਰੰਪਰਾ ਦੇ ਗਿਆਨ 'ਚੋਂ ਜਾਂ ਆਪਣੇ ਜਿਹੜੇ ਰੂਪ ਅੰਦਰੋਂ ਕੰਮ ਕਰ ਰਿਹਾ ਉਹਦੀ ਸਾਰੇ ਦੇ ਸਾਰੇ ਜਿਹੜੀ ਇੱਕ ਧਰੋਹਰ ਹੈ ਉਹਨੂੰ ਅੰਗੀਕਾਰ ਕਰਦਿਆਂ ਹੋਇਆਂ ਉਹ ਉਹਨਾਂ ਨੂੰ ਬਦਲਦਾ ਆ ਆਪਣੇ ਤਰੀਕੇ ਨਾਲ, ਉਹਨੂੰ ਉਹ ਤੋੜ ਭੰਨ ਕੇ, ਮਤਲਬ ਅਸਲ ਜਿਹੜਾ ਸਾਰੇ ਦਾ ਸਾਰਾ ਕਲਾ ਦਾ ਸੰਸਾਰ ਹੈ ਨਾ, ਇਹ ਇੱਕ ਕੋਸ਼ਿਸ਼ ਹੈ, ਜਿਹੜਾ ਗਿਵਨ ਵਰਲਡ ਹੈ, ਜਿਹੜਾ ਦਿੱਤਾ ਹੋਇਆ ਸਾਨੂੰ ਮਿਲਿਆ ਹੋਈ ਦੁਨੀਆ, ਉਹਨੂੰ ਤਬਦੀਲ ਕਰਨ ਦੀ। ਕਈ ਵਾਰੀ ਤਾਂ ਸਾਨੂੰ ਲੱਗਦਾ ਕਿ ਪੂਰੀ ਦੀ ਪੂਰੀ ਢਾਹ ਕੇ ਬਣਾਉਣ ਵਾਲੀ ਦੁਨੀਆ, ਕਦੇ ਸਾਨੂੰ ਲੱਗਦਾ ਵੀ ਥੋੜ੍ਹੀ ਜਿਹੀ ਕਿਤੋਂ ਕਿਤੋਂ ਗਲਤ ਹੈ, ਇਹਨੂੰ ਠੀਕ ਕੀਤਾ ਜਾਵੇ। ਕੁਝ ਥਾਵਾਂ 'ਤੇ ਜਿਵੇਂ ਨਵਤੇਜ ਭਾਰਤੀ ਹੋਰੀ ਇੱਕ ਥਾਂ 'ਤੇ ਲਿਖਦੇ ਆ ਕਿ ਮਾਵਾਂ ਆਪਣੇ ਮੁੰਡੇ ਦਾ ਜੂੜਾ ਕਰਕੇ ਉੱਤੇ ਲੋਗੜੀ ਦਾ ਫੁੱਲ ਲਾ ਦਿੰਦੀਆਂ, ਅਤੇ ਨਾ ਲਾਉਣ ਤਾਂ ਵੀ ਸੋਹਣਾ ਲੱਗਦਾ, ਪਰ ਉਹਨੂੰ ਲੱਗਦਾ ਵੀ ਇਹਨੂੰ ਹੋਰ ਸੋਹਣਾ ਕੀਤਾ ਜਾ ਸਕਦਾ, ਉਹਨੂੰ ਹੋਰ ਉਹ ਖੂਬਸੂਰਤ ਕਰਦੀਆਂ ਆਪਣੇ ਤਰੀਕੇ ਨਾਲ। ਜਾਂ ਮਤਲਬ ਜਿਹੜੇ ਸਾਡੇ ਇੱਕ ਵੱਡੇ ਸ਼ਾਸਤਰੀ ਸੰਗੀਤਕਾਰ ਨੇ ਕੁਮਾਰ ਗੰਧਰਵ, ਉਹ ਵੀ ਕਹਿੰਦੇ ਕਿ ਜਿਹੜਾ ਰਾਗ ਹੈ ਉਹ ਤਾਂ ਬੁਨਿਆਦੀ ਤੌਰ 'ਤੇ ਨੰਗਾ ਹੀ ਹੁੰਦਾ, ਮਤਲਬ ਨੇਕਡ ਹੁੰਦਾ, ਉਹਦੇ ਉੱਤੇ ਗਾਉਣ ਵਾਲਾ ਕੱਪੜੇ ਪਾਉਂਦਾ ਆਪਣੀ ਤਰਜ਼ ਨਾਲ, ਆਪਣੇ ਉਹਦੇ ਵਿੱਚ ਉਡਾਰੀਆਂ ਨਾਲ, ਆਪਣੀਆਂ ਸਵਰ ਲਹਿਰੀਆਂ ਦੇ ਨਾਲ, ਆਪਣਾ ਉਹਦੇ ਵਿੱਚ ਰੰਗ ਪੇਸ਼ ਕਰਕੇ। ਤਾਂ ਇਉਂ ਜਿਹੜਾ ਇਹ ਸਾਰੇ ਦਾ ਸਾਰਾ ਦੁਨੀਆ ਸਾਰੇ ਬੰਦਿਆਂ ਨੂੰ ਇੱਕ ਤਰੀਕੇ ਦੀ ਮਿਲੀ ਹੋਈ ਹੈ, ਅਤੇ ਜਿਹੜੇ ਕਲਾਕਾਰ ਨੇ ਉਹਨਾਂ ਨੂੰ ਇਹ ਹੋਰ ਤਰੀਕੇ ਨਾਲ ਕਿਵੇਂ ਦਿਖ ਜਾਂਦੀ ਹੈ। ਤਾਜ ਮਹਿਲ ਅਸੀਂ ਸਾਰੇ ਦੇਖਣ ਜਾਂਦੇ ਹਾਂ, ਉਸੇ ਤਰੀਕੇ ਨਾਲ ਦੇਖ ਕੇ ਉਹਨੂੰ ਸਮਝਦੇ ਹਾਂ ਇਮੇਜ ਦੇ ਤੌਰ 'ਤੇ, ਪਰ ਮੋਹਨ ਸਿੰਘ ਨੂੰ ਉਹ ਕਿਉਂ ਦਿਸ ਗਿਆ ਕਿ ਜਿਹੜੇ ਲੋਕਾਂ ਨੇ ਤਾਜ ਮਹਿਲ ਨੂੰ ਬਣਾਉਂਦੇ ਆਪਣੀਆਂ ਜਾਨਾਂ ਗਵਾਈਆਂ, ਆਪਣੀ ਮੁਸ਼ੱਕਤ ਦਿੱਤੀ, ਉਹਨਾਂ 'ਤੇ ਜ਼ੁਲਮ ਹੋਏ, ਉਹਨਾਂ ਨੂੰ ਦੁਖੀ ਰੱਖਿਆ ਗਿਆ, ਅਤੇ ਫਿਰ ਉਹਨਾਂ ਨੇ ਸਵਾਲ ਕੀਤਾ ਕਿ ਕੀ ਉਹ ਕਲਾ ਹੈ ਸੱਚਮੁੱਚ, ਜਾਂ ਉਂਝੇ ਹੀ ਛਲਦੀ ਲੱਖ ਗਰੀਬਾਂ ਮਜ਼ਦੂਰਾਂ ਦੇ ਹੰਝੂਆਂ 'ਤੇ ਜੋ ਪਲਦੀ। ਤਾਂ ਇਹ ਕਿਹੜਾ ਤਰੀਕਾ ਹੈ ਜਿਹਦੇ ਨਾਲ ਇਹਨੂੰ ਦੇਖਿਆ ਜਾ ਸਕਦਾ। ਕੱਲ੍ਹ ਵੀ ਅਸੀਂ ਆਪਣੀ ਗੱਲਬਾਤ ਦੇ ਅੰਦਰ ਕਿਹਾ ਸੀ ਕਿ ਹਰ ਉਹ ਬੰਦਾ ਕਵੀ ਹੋ ਸਕਦਾ ਜਿਹੜਾ ਦੇਖਦਾ, ਅਤੇ ਉੱਥੇ ਇੱਕ ਸਵਾਲ ਉੱਠਿਆ ਸੀ ਕਿ ਜਿਹੜੇ ਅੱਖਾਂ ਤੋਂ ਨਹੀਂ ਦੇਖ ਸਕਦੇ ਉਹ ਫਿਰ ਕਿਸ ਤਰ੍ਹਾਂ ਕਵਿਤਾ ਲਿਖ ਸਕਦੇ ਆ। ਤਾਂ ਉੱਥੇ ਫਿਰ ਸਾਡੇ ਕੋਲ ਇੱਕ ਹੱਲ ਸੀ ਕਿ ਮਨ ਦੀਆਂ ਅੱਖਾਂ ਨਾਲ ਉਸ ਸੰਸਾਰ ਨੂੰ ਦੇਖਿਆ ਜਾ ਸਕਦਾ।
तो इस तरीके नाल जिहड़ा सारे का सारा कला की एक सिरजण प्रक्रिया ਜਾਂ एक बुनियाद के पिछे एक प्रोसैस जिन्हों असीं कहने बहुत वारी क्रिएटिव प्रोसैस मनते हैं, ਉਹਦੇ ਪਿੱਛੇ एक अवचेतन का संसार असल में जिन्हों मैं मतलब कला के भाषा के अंदर एक हाइटनड वर्ल्ड है, एक उसारी हुई दुनिया है ना। नज़र तो दूर किधरे कल्पना तो पार वसदा है, किसी दुनिया च मेरा साजिया संसार वसदा है ना। बंदा खुद जिहड़ा आर्टिस्ट है वो खुद एक साजदा है अपनी दुनिया नूं, ते ਉਹ सामने नहीं नज़र आउंदी, ਉਹ किसी होर दुनिया में वस रही हुंदी है जिहदे विच ਉਹ मतलब जिवें तुहाडा अपना संसार भी मोटी झाती मारीए तुसीं कवि ना भी होवो, तुहाडा संसार बहुत खिंडिया पुंडिया हुंदा है ना। तुहानूं हरियाली किसी होर मुल्क की चंगी लगती है, बंदे तुहानूं होर किसी जगह के चंगे लगते हैं, मौसम किसी होर जगह का तुहानूं पसंद आउंदा है। तो इस तरह बहुत एक खिंडाव वाली चीज़ नाल संसार के अंदर चीज़ां पईयां हुंदियां जिन्हों कलाकार इकट्ठियां करके अपने नेड़े कर लैंदा, तो वो एक कवि का जां कलाकार का संसार बन जाता जिहड़ा एक अवचेतन के अंदर, तो फिर वो कला दे विचों रूप लैके कोई ना कोई कविता बन के जां इस तरह वो सामने आउंदा रहिंदा, उहनूं बदलदा रहिंदा, उहनूं तब्दील करता रहिंदा। तो मैनूं मोटे तौर पर इउं लगदा हुंदा कि जिहड़ी भी कला दे राहीं असीं एक तरीके नाल टिप्पणियां कर रहे हुंदे हैं, जिहड़ा यथार्थ हुंदा है। कल दी भारती होरां दी एक नज़म असीं जिहड़ी पढ़ी सी कि जिहड़ा यथार्थ हुंदा रियलिटी हुंदी है, उहदे अंदर एक ग्रैविटी वर्गी खिच हुंदी है, उहदे तो टुटना बहुत मुश्किल है। पर कविता तुहानूं उहदे नालों टुटण दा मौका दिंदी है। कविता एक ऐसा उहदे च वड्ड मारदी है कि तुसीं उहदे तो डिटैच हो सकदे हो, उहदे तो अलग हो सकदे हो। तो इस तरह जिहड़ा कला का सारा संसार है एक तरीके नाल वो सारे डिटैचमेंट का जां चीज़ां नूं दूरों देखण दा जां चीज़ां नूं होर तरीके नाल देखण दा एक तरीका। जफर होरां दी कविता पुट्ठा पासा, उहदे चों कहंदे कि दूजे पासे खड़े बंदे सानूं पुट्ठे लगदे आ, पर वो असल पुट्ठे नहीं हुंदे, उन्हां कोल जाके देखो तो फिर वो सीधे लगदे हुंदे आ। तो इस तरह पुट्ठ सिद्ध कोई नहीं हुंदी, बल्कि उस जगह ते जदों तुसीं जाके देखदे हो तो चीज़ां तुहानूं ठीक सीधियां लगन लग जांदियां ने। तो इउं एक अवचेतन का एक संसार जिहड़ा बनदा जिहदे विच कलाकार का शऊर भी है, कलाकार की जिहड़ी शिद्दत होनी बहुत ज़रूरी है। कल भी असीं 3 लफ्ज़ वरते सी, और जिहड़ा उहदे कोल विज़न है चीज़ां नूं देखण दा बनाउण दा। जदों तक साडे कोल नारीवादी सोच नहीं आई सी, मर्द ही औरतां बारे कविता लिखदे सी ते मरदावे अनुभव चों लिखदे सी, जिन्नी देर तक ये साडे कोल नवां विज़न नहीं आया सी। जदों साडे कोल नवें विज़न आ जांदे ते असीं औरतां नूं होर तरीके नाल देखना शुरू किया। मोहन सिंह की कविता तो एक जायदाद वांगू उन्होंने कहा कि बूहे दे विच चुप खड़ी सी जायदाद, सावें आशिक उसदा कोल मालक उसदा। तो इउं परिभाषित उन्होंने चीज़ां नूं कीता गया उस तरीके नाल। तो जदों तुसीं आप उहदे अंदर दाखल होने खुद मुख्तारी दे नाल, तो उहदे जिहड़े वेखण दे जां उहदे रिजल्ट ने वो होर तरीके दे बनदे आ। तो इउं जिहड़ा कलाकार है जां शायर है जां ਸਾਹਿਤਕਾਰ है, वो एक अपना खुद मुख्तार संसार बनाउंदा है अपनी भाषा दे राहीं, ते उहदे अंदर एक सुंदरता पैदा करके लोकां नूं वो दसदा है ना, जिस करके सानूं पढ़दियां होइयां भी वो चीज़ां चंगियां लगदियां। जिहड़ियां चीज़ां किसी होर दे अनुभव विचों आईयां हुंदियां वो सानूं लगदा कि ये मेरे भी बहुत नेड़े है। तो इस तरीके नाल जिहड़ा कुल मिला के शब्दां दा एक संसार है, वो मैं कल भी जिवें जिक्र किया सी कि एक तरीके नाल असीं कंक्रीट चीज़ां नूं जिहड़ियां सथूल चीज़ां ने उन्हां नूं बदल के एबस्ट्रैक्शन विच लैके जाने, उन्हां नूं अमूर्तन करन दी कोशिश करदे उन्हां चीज़ां नूं, उहदे विचों ही सुंदरता पैदा हुंदी है। क्योंकि सानूं जिहड़ियां चीज़ां दा जिहड़े रिश्तियां दा जिस किस्म के संसार दा एक लेआउट मिलदा है, ਉਹਦੇ ਵਿੱਚ कुछ सानू खराबियां लगदियां, कुछ ਉਹਦੇ 'ਚ ਅਸੀਂ सुंदरता पैदा करना चाਹੁੰਦੇ ਹਾਂ, कुछ ਸਾਡੀਆਂ ਚੋਇਸਿਸ ਉਹਦੇ ਵਿੱਚ ਬਦਲੀਆਂ ਹੋਈਆਂ ਹੁੰਦੀਆਂ, कुछ ਅਸੀਂ ਉਹਦੇ ਤਬਦੀਲੀਆਂ ਕਰਨਾ ਚਾਹੁੰਦੇ ਹਾਂ। ਤਾਂ ਇਹ ਸਾਨੂੰ ਭਾਸ਼ਾ ਮੌਕਾ ਦਿੰਦੀ ਹੈ ਕਿ ਅਸੀਂ ਉਸ ਸਾਰੇ ਸੰਸਾਰ ਨੂੰ ਇਉਂ ਬਦਲ ਸਕੀਏ। ਲੱਤਾਂ ਨੇ ਜਦੋਂ ਚਾਰ ਤਾਂ ਦੌੜਨਾ ਕਿਉਂ ਦੌੜ ਨਾ ਜਾਈਏ, ਦਫ਼ਤਰ 'ਚ ਪਏ ਮੇਜ਼ ਇਹੋ ਸੋਚ ਰਹੇ ਨੇ। ਹੁਣ ਇਹ ਜਿਹੜੀ ਇਸ ਕਿਸਮ ਦੀ ਚੀਜ਼ ਹੈ ਕਿ ਤੁਸੀਂ
ਮੇਜ਼ ਜਾਂ ਕੁਰਸੀ ਦੇ ਭਾਵ ਨੂੰ ਵੀ ਸਮਝ ਲੈਂਦੇ ਹੋ, ਜਾਣ ਲੈਂਦੇ ਹੋ। ਤਾਂ ਇਹ ਇੱਕ ਤਰੀਕੇ ਨਾਲ ਉਸ ਸਾਰੇ ਪਾਰਾਵਾਰ ਦਾ ਹੀ ਇੱਕ ਹਿੱਸਾ ਹੈ ਜਿਹਨੂੰ ਕਵੀ ਆਪਣੇ ਅਵਚੇਤਨ ਨਾਲ, ਆਪਣੀ ਉਸ ਪਰੰਪਰਾ ਨਾਲ, ਆਪਣੀ ਵਿਜ਼ਡਮ ਨਾਲ, ਆਪਣੀ ਭਾਸ਼ਾ ਦੇ ਸ਼ਿਲਪ ਨਾਲ ਜੋੜ ਕੇ ਇੱਕ ਇਸ ਕਿਸਮ ਦਾ ਦੁਨੀਆ, ਇਸ ਕਿਸਮ ਦਾ ਇੱਕ ਸੰਸਾਰ ਬਣਾਉਂਦਾ, ਜਿਹਨੂੰ ਮੈਂ ਆਮ ਸੰਸਾਰ ਅਤੇ ਕਵਿਤਾ ਦਾ ਸੰਸਾਰ ਕਹਿ ਰਿਹਾ, ਜਿਹਦੇ ਵਿੱਚੋਂ ਜਾ ਕੇ ਕਵਿਤਾ ਇਸ ਤਰੀਕੇ ਨਾਲ ਪੈਦਾ ਹੁੰਦੀ ਹੈ। ਮੈਂ ਜਦੋਂ ਆਪਣੀ ਕਵਿਤਾਕਾਰੀ ਉੱਤੇ ਨਜ਼ਰ ਮਾਰਦਾ ਤਾਂ ਮੈਂ ਇੱਕ ਇਹ ਵੀ ਦੇਖਦਾ ਕਿ ਮੈਂ ਬਹੁਤ ਘੱਟ ਲਿਖਦਾ। ਮਤਲਬ ਉਹਦਾ ਕਾਰਨ ਮੈਨੂੰ ਇਹ ਜ਼ਾਤੀ ਤੌਰ 'ਤੇ ਗੱਲ ਪਸੰਦ ਨਹੀਂ ਹੈ, ਬਹੁਤ ਲਿਖਣਾ ਚਾਹੀਦਾ ਬੰਦੇ ਨੂੰ, ਪਰ ਬਹੁਤ ਬੇਬਹਾ ਲਿਖਣ ਦਾ ਵੀ ਨਹੀਂ ਫਾਇਦਾ। ਮੈਂ ਜਦੋਂ ਬਾਅਦ ਵਿੱਚ ਪਾਸ਼ ਦਾ ਕਿਤੇ ਲਿਖਿਆ ਪੜ੍ਹਿਆ ਕਿ ਕਵਿਤਾ ਲਿਖਣਾ ਕੁੱਤੀ ਦਾ ਸੂਆ ਨਹੀਂ ਹੁੰਦੀ, ਤਾਂ ਫਿਰ ਮੈਨੂੰ ਥੋੜ੍ਹਾ ਚੰਗਾ ਲੱਗਿਆ ਉਦੋਂ ਕਿ ਇਹ ਥੋੜ੍ਹੀ ਸੋਚੀ ਸਮਝੀ ਗੱਲ ਹੋਣੀ ਚਾਹੀਦੀ ਹੈ, ਇਹਦੇ ਵਿੱਚ ਗੈਪ ਹੋਣਾ ਚਾਹੀਦਾ, ਇਹਦੇ ਵਿੱਚ ਥੋੜ੍ਹਾ ਰਹਾਓ ਹੋਣਾ ਚਾਹੀਦਾ, ਇਹਦੇ ਵਿੱਚ ਥੋੜ੍ਹਾ ਤੁਹਾਨੂੰ ਅਟਕਣਾ ਚਾਹੀਦਾ। ਮੈਂ ਇੱਕ ਗਜ਼ਲ ਲਿਖੀ ਸੀ ਕਿ ਸਫ਼ਰਨਾਮੇ ਤਰ੍ਹਾਂ ਆਪਣਾ ਵਹਾ ਪੜ੍ਹਨਾ ਵੀ ਬਣਦਾ ਹੈ, ਮੇਰਾ ਵਗਣਾ ਤਾਂ ਹੈ ਲਾਜ਼ਿਮ, ਕਿਤੇ ਖੜ੍ਹਨਾ ਵੀ ਬਣਦਾ ਹੈ। ਤਾਂ ਖੜ੍ਹ ਕੇ ਵੇਖਣਾ, ਵਾਚਣਾ ਵੀ ਬਹੁਤ ਜ਼ਰੂਰੀ ਹੈ। ਇਹਦੇ ਨਾਲ ਤੁਸੀਂ ਆਪਣੇ ਸਫ਼ਰ ਦੀ ਦਿਸ਼ਾ ਨੂੰ ਠੀਕ ਕਰ ਸਕਦੇ ਹੋ। ਤਾਂ ਮੇਰਾ ਖਿਆਲ ਮੈਂ ਕੋਈ ਪਿਛਲੇ 40 ਸਾਲਾਂ ਦੇ ਵਿੱਚ ਸ਼ਾਇਦ ਕੋਈ 70-80 ਸਫ਼ੇ ਲਿਖ ਲਏ ਹੋਣੇ ਆ, ਜ਼ਿਆਦਾ ਤੋਂ ਜ਼ਿਆਦਾ ਗਜ਼ਲ ਲਿਖ ਲਈ ਹੋਣੀ ਇੰਨੀ ਕੁ। ਤਾਂ ਇੱਕੋ ਹੀ ਮੇਰੀ ਕਿਤਾਬ ਕੋਈ 30-35 ਸਾਲਾਂ ਬਾਅਦ ਬਣ ਸਕੀ। ਉਹ ਵੀ ਬਣ ਸਕੀ ਇਸ ਕਾਰਨ ਕਿ ਮਤਲਬ ਇੱਕ ਕੋਈ 6 ਮਹੀਨਿਆਂ ਦਾ ਸਪੈਲ ਐਸਾ ਮੇਰੇ ਉੱਤੇ ਆਇਆ ਮਾਹੌਲ ਦੇ ਕੇ ਸਰਸਵਤੀ ਸਾਡੇ ਘਰੇ ਆ ਕੇ ਬੈਠ ਗਈ, ਅਤੇ ਮੈਂ ਜਿਹੜੀਆਂ ਕੋਈ ਪਿਛਲੇ 20 ਸਾਲਾਂ ਦੇ ਵਿੱਚ ਕੋਈ 30 ਚੀਜ਼ਾਂ ਲਿਖੀਆਂ ਸੀ, ਅਤੇ ਉਹ ਫਿਰ 6 ਮਹੀਨਿਆਂ ਦੇ ਅੰਦਰ ਮੈਂ ਕੋਈ 10-12 ਨਵੀਆਂ ਚੀਜ਼ਾਂ ਲਿਖੀਆਂ, ਅਤੇ ਉਹਨਾਂ ਦਾ ਮਿਆਰ ਵੀ ਤਕਰੀਬਨ ਠੀਕ ਬਣ ਗਿਆ। ਇੱਕ ਮੇਰੇ ਨਾਲ ਇਹ ਵਾਪਰਦਾ ਹੁੰਦਾ ਕਿ ਮੈਂ ਮਤਲਬ ਹਿੰਦੀ ਦੇ ਕਵੀ ਨੇ ਕਿਤੇ ਕਿਹਾ ਸੀਗਾ ਕਿ ਮੈਂ ਪਾਰਟ ਟਾਈਮ ਕਵੀ ਹਾਂ, ਅਤੇ ਫਿਰ ਉਹਨੇ ਕਿਹਾ ਕਿ ਮੈਂ ਪਾਰਟ ਟਾਈਮ ਕਵੀ ਨਹੀਂ, ਮੈਂ ਤਾਂ ਬੰਦਾ ਵੀ ਪਾਰਟ ਟਾਈਮ ਹੈ, ਮਤਲਬ ਇਨਸਾਨ ਵੀ ਮੈਂ ਪਾਰਟ ਟਾਈਮ ਹੀ ਹੁੰਦਾ, ਕਦੇ ਕਦੇ ਹੁੰਦਾ। ਅਤੇ ਮੇਰੇ ਨਾਲ ਇਹ ਅਕਸਰ ਵਾਪਰਦਾ ਕਿ ਮੈਂ ਫੁੱਲ ਟਾਈਮ ਕਵੀ ਨਹੀਂ ਹਾਂ। ਸਾਡੇ ਬਹੁਤ ਸਾਰੇ ਕਵੀ ਨੇ ਜਿਹੜੇ ਹਰ ਵਕਤ ਕਵਿਤਾ ਦੇ ਧਿਆਨ ਵਿੱਚ ਰਹਿੰਦੇ ਆ। ਮੈਥੋਂ ਕਵਿਤਾ ਬਹੁਤ ਵਾਰੀ ਵਿਸਰਦੀ ਹੈ। ਮੈਂ ਕਿਸੇ ਥਾਂ 'ਤੇ ਲਿਖਣਾ ਚਾਹੁੰਦਾ ਸੀ ਜਾਂ ਆਪਣੀ ਕਿਤਾਬ ਦੇ ਸਮਰਪਣ 'ਚ ਮੈਂ ਕਵਿਤਾ ਨਾਲ ਮੇਰਾ ਬੇਪਰਵਾਹੀ ਦਾ ਰਿਸ਼ਤਾ ਹੈ, ਇਹ ਮੈਂ ਲਿਖਿਆ, ਪਰ ਲਿਖਣਾ ਮੈਂ ਚਾਹੁੰਦਾ ਸੀ ਲਾਪਰਵਾਹੀ ਦਾ ਰਿਸ਼ਤਾ। ਉਹ ਫਿਰ ਥੋੜ੍ਹਾ ਜਿਹਾ ਬੁਰਾ ਲਫ਼ਜ਼ ਹੋਣਾ ਸੀ, ਉਹਨੂੰ ਮੈਂ ਫਿਰ ਬੇਪਰਵਾਹੀ ਬਣਾ ਲਿਆ ਕਿ ਥੋੜ੍ਹਾ ਜਿਹਾ ਕਾਵਿਕ ਸ਼ਬਦ ਹੈ। ਅਤੇ ਇਸ ਤਰੀਕੇ ਨਾਲ ਲਿਖਣ ਦਾ ਜਿਹੜਾ ਮੇਰਾ ਇਹ ਸਿਲਸਿਲਾ ਸੀ, ਇਹ ਬਹੁਤ ਸਲੋ, ਕਈ ਵਾਰੀ 3-3 4-4 ਸਾਲ ਮੈਂ ਮਤਲਬ ਇੱਕ ਸਤਰ ਵੀ ਨਹੀਂ ਲਿਖੀ, ਉਹਨਾਂ ਦਿਨਾਂ 'ਚ ਮੈਂ ਬਿਲਕੁਲ ਨਹੀਂ ਕਵੀ ਹੁੰਦਾ। ਫਿਰ ਕਦੇ ਵਾਪਸੀ ਹੋ ਜਾਂਦੀ ਹੈ, ਕਦੇ ਫਿਰ ਇਸ ਤਰ੍ਹਾਂ ਹੀ ਬੰਦ। ਸੰਤ ਸਿੰਘ ਸੇਖੋਂ ਵੀ ਕਹਿੰਦੇ ਹੁੰਦੇ ਸੀ ਵੀ ਬੰਦੇ ਨੂੰ ਕੋਈ ਹੋਰ ਕੰਮ ਕਰਨਾ ਚਾਹੀਦਾ, ਕਵਿਤਾ ਦਾ ਕੋਈ ਭਰੋਸਾ ਨਹੀਂ ਹੁੰਦਾ, ਇਹ ਮੌਨਸੂਨ ਵਾਂਗੂ ਹੁੰਦੀ, ਕਦੇ ਆਵੇ ਫਿਰ ਨਾ ਆਵੇ, 5 ਸਾਲ ਤੇ ਨਾ ਆਵੇ, ਇਸ ਤਰੀਕੇ ਨਾਲ। ਤਾਂ ਮੈਂ ਆਪਣੇ ਉੱਤੇ ਵੀ ਫਿਰ ਇਹ ਦੇਖਿਆ ਕਿ ਜਦੋਂ ਮੈਂ ਇਸ ਤਰ੍ਹਾਂ ਦਾ ਬੇਮੁਖ ਹੋਇਆ ਹੁੰਦਾ ਜਾਂ ਮੈਂ ਕਵੀ ਵਾਲੇ ਟਾਈਮ ਵਿੱਚੋਂ ਨਹੀਂ ਗੁਜ਼ਰਿਆ ਹੁੰਦਾ, ਉਹਨਾਂ ਦਿਨਾਂ 'ਚ ਫਿਰ ਮੈਂ ਸ਼ਾਇਦ ਕੋਈ ਪੜ੍ਹ ਰਿਹਾ ਹੋਊਗਾ ਥੋੜ੍ਹਾ ਬਹੁਤਾ, ਜਾਂ ਨਹੀਂ ਵੀ ਕੁਛ ਪੜ੍ਹ ਰਿਹਾ ਹੁੰਦਾ, ਅਤੇ ਲਿਖ ਬਿਲਕੁਲ ਨਹੀਂ ਰਿਹਾ ਹੁੰਦਾ। ਤਾਂ ਇਸ ਤਰ੍ਹਾਂ ਮੇਰਾ ਇਹ ਟੁੱਟਵਾਂ ਜਿਹਾ ਲਿਖਣ ਦਾ ਇੱਕ ਸਿਲਸਿਲਾ ਹੈ, ਜਿਹਨੂੰ ਤੁਸੀਂ ਮਤਲਬ ਇੱਕ ਸਿਰਜਣ ਪ੍ਰਕਿਰਿਆ ਦਾ ਹਿੱਸਾ ਵੀ ਮੰਨ ਸਕਦੇ ਹੋ। ਵੀ ਇਹ ਕਿਉਂ ਹੈ, ਇਹਦੇ ਮੈਨੂੰ ਆਪ ਤਾਂ ਬਹੁਤੇ ਨਹੀਂ ਕਾਰਨ ਪਤਾ, ਕੋਈ ਮਤਲਬ ਜਿਹੜਾ ਇਹਨੂੰ ਮਨੋਵਿਗਿਆਨੀ ਇਹਨੂੰ ਹੋਰ ਤਰੀਕੇ ਨਾਲ ਦੇਖ ਸਕਦਾ, ਜਾਣ ਸਕਦਾ। ਅਤੇ ਲਿਖਣ ਲਈ ਜਿਵੇਂ ਆਮ ਅਸੀਂ ਗੱਲ ਕਰਦੇ ਹੁੰਦੇ ਹਾਂ, ਮੈਂ ਪਿਛਲੇ ਦਿਨਾਂ 'ਚ ਇੱਕ ਵੋਇਸ ਓਵਰ ਦਿੱਤਾ ਕੁਲਵੰਤ ਸਿੰਘ ਵਿਰਕ ਦੀ ਸਿਰਜਣ ਪ੍ਰਕਿਰਿਆ ਬਾਰੇ ਕਿਸੇ YouTube ਚੈਨਲ ਲਈ। ਤਾਂ ਉਹ ਪੜ੍ਹਦਿਆਂ ਹੋਏ ਬੜੀਆਂ ਖੂਬਸੂਰਤ ਗੱਲਾਂ ਲਿਖੀਆਂ। ਕੁਲਵੰਤ ਸਿੰਘ ਵਿਰਕ ਕਹਿੰਦੇ ਵੀ ਬਹੁਤ ਬੰਦਿਆਂ ਨੂੰ ਫਲਾਨੀ ਕਿਸਮ ਦੇ ਪੈਨ ਚਾਹੀਦੇ ਹੁੰਦੇ ਆ, ਕਾਗਜ਼ ਚਾਹੀਦੇ, ਇਕਾਂਤ ਚਾਹੀਦੀ ਹੈ, ਕੋਈ ਪਹਾੜਾਂ 'ਤੇ ਜਾ ਕੇ ਲਿਖਦਾ, ਕੋਈ ਕਿਵੇਂ। ਤਾਂ ਉਹਨਾਂ ਨੇ ਬਹੁਤ ਸੋਹਣੀ ਗੱਲ ਲਿਖੀ ਕਿ ਕਹਾਣੀ ਲਿਖਣ ਲਈ ਦਫ਼ਤਰ 'ਚੋਂ ਕੋਈ ਸੱਜਰੀ ਬੇਇੱਜ਼ਤੀ ਨਾ ਹੋਈ ਹੋਵੇ, ਘਰ ਵਾਲੀ ਨਾਲ ਲੜਾਈ ਨਾ ਹੋਈ ਹੋਵੇ, ਤਾਂ ਬਸ ਇਹ ਸਮਝੋ ਬਿਲਕੁਲ ਸਾਜ਼ਗਾਰ ਮਾਹੌਲ ਹੈ ਲਿਖਣ ਲਈ। ਮੈਂ ਕਹਿੰਦੇ ਸੋਫੇ 'ਤੇ ਪਿਆ ਵੀ ਲਿਖ ਲੈਣਾ ਅਤੇ ਕੁਰਸੀ 'ਤੇ ਬਹਿ ਕੇ ਵੀ ਲਿਖ ਲੈਣਾ। ਮੈਨੂੰ ਇਉਂ ਨਹੀਂ, ਜਿਵੇਂ ਸਾਡੇ ਬਹੁਤ ਸਾਰੇ ਲੇਖਕ ਹੈ ਕਿ ਜਿਵੇਂ ਮੇਰੇ ਖਿਆਲ ਦੁੱਗਲ ਸਾਹਿਬ ਕਹਿੰਦੇ ਸੀ ਕਿ ਮੈਂ ਸਵੇਰੇ 4 ਵਜੇ ਉੱਠ ਕੇ ਆਪਣੀ ਲਿਖਣ ਮੇਜ਼ ਉੱਤੇ ਚੱਲ ਜਾਂਦਾ, ਕਾਗਜ਼ ਮੇਰੇ ਸਾਹਮਣੇ ਹੁੰਦੇ ਅਤੇ ਮੈਂ ਲਿਖਣਾ ਸ਼ੁਰੂ ਕਰ ਦਿੰਦਾ। ਕਵਿਤਾ ਮੈਨੂੰ ਲੱਗਦਾ ਕਿ ਇਸ ਤਰ੍ਹਾਂ ਨਹੀਂ ਹੁੰਦੀ। ਕਵਿਤਾ ਕਿਉਂਕਿ ਫਲੈਸ਼ਸ ਹੁੰਦੇ ਨੇ, ਇਹ ਕਿਸੇ ਵਕਤ ਵੀ ਤੁਹਾਨੂੰ ਆ ਸਕਦੇ। ਤੁਸੀਂ ਬੱਸ ਬੈਠੇ ਜਾ ਰਹੇ ਹੋ, ਤਾਂ ਬਹੁਤ ਸਾਰੇ ਕਵੀਆਂ ਨੇ ਐਸਾ ਕਿਤੇ ਲਿਖਿਆ ਕਿ ਮੈਂ ਬੱਸ ਦੀ ਜਿਹੜੀ ਟਿਕਟ ਸੀ ਮੇਰੇ ਕੋਲ, ਉਹਦੇ ਪਿੱਛੇ ਮੈਂ ਫਿਰ ਉਹ ਲਾਈਨਾਂ ਲਿਖ ਲਈਆਂ, ਨੋਟ ਕਰ ਲਈਆਂ।
ਤਾਂ ਇਹਦੇ ਵਿੱਚ ਖਤਰਾ ਇੱਕ ਇਹ ਵੀ ਹੁੰਦਾ ਕਿ ਉਹ ਜੇ ਫਲੈਸ਼ ਤੁਸੀਂ ਉਸ ਵਕਤ ਨਹੀਂ ਪਕੜਿਆ ਤਾਂ ਉਹ ਫਿਰ ਵਿਸਰ ਜਾਂਦਾ ਹੈ। ਜਿਹੜੀ ਗਲਪ ਰਚਨਾ ਉਹਦਾ ਥੋੜ੍ਹਾ ਜਿਹਾ ਤਰੀਕਾ ਹੋਰ ਹੈ, ਕਿਉਂਕਿ ਉਹਦੇ ਵਿੱਚ ਉਹਨਾਂ ਨੇ ਬਾਕਾਇਦਾ ਇੱਕ ਪੈਟਰਨ ਬਣਾਇਆ ਹੁੰਦਾ, ਉਹਦੇ ਨੋਟਸ ਲਏ ਹੁੰਦੇ ਆ, ਉਹਦੇ 'ਚ ਕੁਛ ਨਾ ਕੁਛ ਉਹਨਾਂ ਕੋਲ ਬਚਿਆ ਰਹਿ ਜਾਂਦਾ। ਪਰ ਕਵਿਤਾ ਜੇ ਕਿਤੇ ਨਿਕਲ ਗਈ ਤਾਂ ਫਿਰ ਉਹ ਚਲੀ ਜਾਂਦੀ ਹੈ। ਹੋਰ ਕਵੀਆਂ ਦਾ ਮੈਨੂੰ ਨਹੀਂ ਪਤਾ, ਪਰ ਮੈਂ 2-3 ਚੀਜ਼ਾਂ ਇਸ ਤਰ੍ਹਾਂ ਐਕਸਪੀਰੀਅੰਸ ਕੀਤੀਆਂ ਕਿ ਕਈ ਵਾਰੀ ਮੈਨੂੰ ਜਦੋਂ ਮੈਂ ਸਵੇਰੇ ਨੀਂਦ ਵਿੱਚ ਉੱਠਦਾ ਤਾਂ ਮੈਨੂੰ ਲੱਗਦਾ ਮੈਂ ਰਾਤ ਸੁਪਨੇ 'ਚ ਕੋਈ ਚੀਜ਼ ਐਂ ਲਿਖੀ ਸੀ, ਉਹ ਲਾਈਨ ਰਾਤ ਨੂੰ ਹੀ ਬਣੀ ਮੇਰੇ ਅੰਦਰੋਂ, ਉਸ ਤਰ੍ਹਾਂ ਹੀ ਸ਼ੇਅਰ ਦਾ ਕੋਈ ਹਿੱਸਾ ਆਉਂਦਾ, ਕਈ ਵਾਰੀ ਪੂਰਾ ਹੋ ਜਾਂਦਾ ਜਾਂ ਫਿਰ ਉਹਦਾ ਅੱਧਾ ਹਿੱਸਾ ਕਿਤੇ ਆਇਆ ਹੁੰਦਾ। ਤਾਂ ਇਹ ਵੀ ਇੱਕ ਰਹੱਸਮਈ ਚੀਜ਼ ਹੈ ਕਿ ਅਸੀਂ ਚੇਤਨ ਤੌਰ 'ਤੇ ਤਾਂ ਲਿਖਦੇ ਹਾਂ ਚੀਜ਼ਾਂ ਨੂੰ, ਸ਼ਾਇਦ ਕੋਈ ਜਿਹੜਾ ਤੁਹਾਡਾ ਕਵੀ ਮਨ ਹੈ ਉਹ ਫਿਰ ਤੁਹਾਡੀ ਨੀਂਦ ਵਿੱਚ ਵੀ ਕੋਈ ਕੰਮ ਇਸ ਤਰ੍ਹਾਂ ਦਾ ਕਰਦਾ ਰਹਿੰਦਾ। ਮੈਂ ਇਸ ਤਰ੍ਹਾਂ ਦੇ 2-3 ਸ਼ੇਅਰ ਮੈਨੂੰ ਯਾਦ ਹੈ ਕਿ ਜਿਹੜੇ ਇਸ ਤਰ੍ਹਾਂ ਹੀ ਅਚਾਨਕ ਮੈਂ ਜਿਵੇਂ 4 ਵਜੇ ਉੱਠ ਕੇ ਮੈਨੂੰ ਜਾਗ ਆਈ ਅਤੇ ਉਹ ਲਾਈਨ ਫਿਰ ਮੈਂ ਲਿਖ ਕੇ ਦੁਬਾਰਾ ਸੌਂ ਗਿਆ ਜਾਂ ਬੇਚੈਨ ਰਿਹਾ ਜਾਂ ਇਸ ਤਰੀਕੇ ਨਾਲ। ਤਾਂ ਇੱਕ ਤਰ੍ਹਾਂ ਨਾਲ ਹਰ ਇੱਕ ਜਿਹੜਾ ਕਵੀ ਆ ਉਹਦਾ ਇੱਕ ਆਪਣਾ ਆਪਣਾ ਅਨੁਭਵ ਬਣ ਜਾਂਦਾ ਉਸ ਤਰੀਕੇ ਦੇ ਨਾਲ। 2 ਗਜ਼ਲਾਂ ਬਾਰੇ ਆਪਾਂ ਗੱਲ ਕਰ ਲੈਂਦੇ ਹਾਂ ਕਿ ਜਿਵੇਂ ਮੈਂ ਜ਼ਿਕਰ ਕਰ ਰਿਹਾ ਸੀ ਕਿ ਇਹ ਸਾਰੇ ਅਵਚੇਤਨ ਦੇ ਮਾਮਲੇ ਨੇ ਜਿਨ੍ਹਾਂ ਬਾਰੇ ਬਹੁਤ ਪੱਕੀ ਨਿਸ਼ਾਨਦੇਹੀ ਕਰਨੀ ਸ਼ਾਇਦ ਮੁਸ਼ਕਿਲ ਹੈ ਕਿ ਤੁਸੀਂ ਆਹ ਚੀਜ਼ ਕਿਸ ਵਕਤ ਲਿਖੀ, ਉਹਦੇ ਪਿੱਛੇ ਕੀ ਕਾਰਨ ਬਣੇ। ਪਰ 2 ਗਜ਼ਲਾਂ ਮੈਂ ਇਸ ਪੂਰੀ ਕਿਤਾਬ ਨੂੰ ਪੜ੍ਹਦਿਆਂ ਹੋਏ ਨੋਟ ਕੀਤੀਆਂ ਜਿਨ੍ਹਾਂ ਦਾ ਮੈਨੂੰ ਯਾਦ ਹੈ ਕਿ ਮੈਂ ਇਹ ਕਿਸ ਤਰ੍ਹਾਂ ਬਣੀਆਂ। ਇੱਕ ਉਹਨਾਂ 'ਚੋਂ ਜਿਹੜੀ ਮੇਰੀ ਸਭ ਤੋਂ ਜ਼ਿਆਦਾ ਪੜ੍ਹੀ ਜਾਣ ਵਾਲੀ ਜਾਂ ਪਸੰਦ ਕੀਤੀ ਜਾਣ ਵਾਲੀ ਗਜ਼ਲ ਹੈ, ਔੜ ਇੱਦਾਂ ਹੀ ਜੇਕਰ ਇਹ ਜਾਰੀ ਰਹੀ, ਰੂਹਾਂ ਤੇਹਾਂ ਦੇ ਮਸਲੇ ਹੀ ਮੁੱਕ ਜਾਣਗੇ, ਪਹਿਲਾਂ ਨਦੀਆਂ ਦੀ ਚਿੰਤਾ ਸੀ ਹੁਣ ਜਾਪਦਾ ਇੱਥੇ ਨੈਣਾਂ ਦੇ ਪਾਣੀ ਵੀ ਸੁੱਕ ਜਾਣਗੇ। ਤਾਂ ਇਹ ਗਜ਼ਲ ਮੈਂ ਲਿਖੀ ਲਗਭਗ 1988 ਦੇ ਵਿੱਚ। ਤਾਂ ਉਹਨਾਂ ਦਿਨਾਂ ਦੇ ਵਿੱਚ ਜਿਹੜੀ ਇਹਦੀ ਬੈਕਗਰਾਊਂਡ ਹੈ, ਜਿਹੜਾ ਮੈਂ ਸ਼ੁਰੂ 'ਚ ਥੋੜ੍ਹਾ ਜ਼ਿਕਰ ਕੀਤਾ ਸੀ, ਨਕਸਲਬਾੜੀ ਅੰਦੋਲਨ ਦੇ ਨਾਲ ਜਿਹੜਾ ਸਿੱਖ ਖਾੜਕੂ ਅੰਦੋਲਨ ਸੀ। ਤੁਸੀਂ ਕਿਉਂਕਿ ਸਾਹਿਤ ਦੇ ਵਿਦਿਆਰਥੀ ਹੋ ਅਤੇ ਸਾਹਿਤ ਦੇ ਅੰਦਰ ਜਿਹੜਾ ਇਤਿਹਾਸ ਹੁੰਦਾ ਉਹ ਬਹੁਤ ਔਰਗੈਨਿਕ ਰੂਪ ਦੇ ਵਿੱਚ ਔਰ ਬਹੁਤ ਇਮਾਨਦਾਰ ਰੂਪ ਦੇ ਅੰਦਰ ਪਿਆ ਹੁੰਦਾ। ਚਾਹੇ ਤੁਸੀਂ ਕਹਾਣੀਆਂ ਦੇਖ ਲਓ ਵਰਿਆਮ ਸਿੰਘ ਸੰਧੂ ਦੀਆਂ ਜਾਂ ਪ੍ਰੇਮ ਪ੍ਰਕਾਸ਼ ਦੀਆਂ ਜਾਂ ਹੋਰ ਉਹਨਾਂ 'ਚੋਂ ਤੁਹਾਨੂੰ ਕਵਿਤਾਵਾਂ ਵਿੱਚ ਤੁਸੀਂ ਜਾ ਕੇ ਦੇਖ ਲਓ, ਤੁਹਾਨੂੰ ਮਿਲੇਗਾ। ਤਾਂ ਇਹ ਜਿਹੜਾ ਸਿੱਖ ਖਾੜਕੂ ਦੌਰ ਸੀ, ਇਹਦੇ ਪਿੱਛੇ 1980-81 ਦੇ ਵਿੱਚ ਇਹ ਚੀਜ਼ਾਂ ਬਣਨੀਆਂ ਸ਼ੁਰੂ ਹੋ ਗਈਆਂ ਸੀ ਕਿ ਇੱਕ ਵੱਖਰੀ ਤਰ੍ਹਾਂ ਦਾ ਜਿਹੜਾ ਸਿੱਖ ਖੁਦ ਮੁਖਤਾਰੀ ਵਾਲਾ ਇੱਕ ਖਿੱਤਾ ਚਾਹੀਦਾ ਲੋਕਾਂ ਨੂੰ। ਉਹਦੇ ਵਿੱਚ ਇੱਕ ਆਨੰਦਪੁਰ ਸਾਹਿਬ ਦਾ ਮਤਾ ਵੀ ਬਣ ਕੇ ਆਇਆ ਰਾਜਨੀਤਿਕ ਤੌਰ 'ਤੇ। ਫਿਰ ਉਹਦੇ ਅੰਦਰੋਂ ਹੀ ਕੁਛ ਜਿਹੜੇ ਨੌਜਵਾਨ ਸੀ ਜਾਂ ਇੱਕ ਤਰ੍ਹਾਂ ਦੇ ਗਰਮ ਸੋਚ ਵਾਲੇ ਕਿ ਇਹ ਚੀਜ਼ਾਂ ਛੇਤੀ ਹਾਸਲ ਕੀਤੀਆਂ ਜਾਣ, ਸਰਕਾਰ ਉੱਤੇ ਦਬਾਅ ਬਣਾਇਆ ਜਾਵੇ ਸਟ੍ਰੈਟੇਜੀਕਲ। ਤਾਂ ਇਹ ਫਿਰ ਸਾਰਾ ਕੁਛ ਚੱਲਦਿਆਂ ਹੋਇਆਂ ਜਿਹੜਾ ਸੀ ਜਿਹਦੇ ਫਿਰ ਰਿਜ਼ਲਟ ਅੱਗੋਂ ਇਹ ਵੀ ਨਿਕਲੇ ਕਿ ਇੰਦਰਾ ਗਾਂਧੀ ਦਾ ਕਤਲ ਹੋਇਆ, ਉਹਦੇ ਰਿਐਕਸ਼ਨ ਵਿੱਚੋਂ ਸਿੱਖਾਂ ਦਾ ਨਸਲਕੁਸ਼ੀ ਹੋਈ, ਕਤਲੇਆਮ ਕੀਤਾ ਗਿਆ ਦਿੱਲੀ ਅਤੇ ਬਾਕੀ ਪ੍ਰਦੇਸ਼ਾਂ ਦੇ ਅੰਦਰ। ਹਰਿਮੰਦਰ ਸਾਹਿਬ ਉੱਤੇ ਭਾਰਤ ਦੀ ਫੌਜ ਨੇ ਹਮਲਾ ਕੀਤਾ। ਇਹ ਸਾਰੇ ਫਿਰ ਉਹਦੇ ਸਿੱਟੇ ਬਣ ਕੇ ਨਜ਼ਰ ਆਏ। ਤਾਂ ਅਸਲ ਵਿੱਚ ਇਹ ਜਿਹੜੀ ਸਾਰੀ ਦੀ ਸਾਰੀ ਇੱਕ ਪੰਜਾਬ ਦੀ ਖਾੜਕੂ ਅਸਰ ਸੀ ਲਹਿਰ ਦਾ, ਉਹਦੇ ਬਣਨ ਪਿੱਛੇ ਇਹ ਚੀਜ਼ਾਂ ਸੀ ਉਹ ਪਈਆਂ ਹੋਈਆਂ ਸੀ। ਪੰਜਾਬ ਨਾਲ ਹਰਿਆਣਾ ਦੇ ਪਾਣੀ ਦਾ ਜਿਹੜਾ ਝਗੜਾ ਚੱਲ ਰਿਹਾ ਸੀ ਕਿ ਇਹਦੇ 'ਚ ਕਿੰਨਾ ਅਨੁਪਾਤ ਦਿੱਤਾ ਜਾਵੇ, SYL ਨਹਿਰ ਉਦੋਂ ਬਾਅਦ ਵਿੱਚ ਬਣੀ। ਅਤੇ ਇਹ ਸਾਰਾ ਕੁਛ ਰਲਾ ਮਿਲਾ ਕੇ ਸੀ ਜਿਹਦੇ ਵਿੱਚੋਂ ਪੰਜਾਬ ਦੇ ਅੰਦਰ ਇੱਕ ਅਨਰੈਸਟ ਸੀ ਬਹੁਤ ਵੱਡੀ ਪੱਧਰ ਉੱਤੇ। ਅਤੇ ਉਹਨੂੰ ਕੁਝ ਲੋਕਾਂ ਨੇ, ਨੌਜਵਾਨਾਂ ਨੇ ਜਿਹੜੇ ਸਿੱਖ ਵਿਚਾਰ ਵਾਲੇ ਸੀ, ਉਹਨਾਂ ਨੇ ਆਪਣੇ ਹੱਥ ਵਿੱਚ ਲਿਆ ਅਤੇ ਹਥਿਆਰ ਰਾਹੀਂ ਉਹਨਾਂ ਨੇ ਸਰਕਾਰ ਉੱਤੇ ਦਬਾਅ ਬਣਾਉਣ ਲਈ ਇੱਕ ਕੋਸ਼ਿਸ਼ ਕੀਤੀ। ਤਾਂ ਜਦੋਂ ਫਿਰ ਕਿਉਂਕਿ ਸਰਕਾਰ ਹੈ ਜਿਹੜੀ ਉਹ ਤਾਂ ਕਿਤੇ ਨਜ਼ਰ ਨਹੀਂ ਆਉਂਦੀ ਹੁੰਦੀ, ਜੇ ਤੁਸੀਂ ਸਰਕਾਰ ਦੇ ਜਾ ਕੇ ਗੋਲੀ ਮਾਰਨੀ ਹੋਵੇ, ਫਿਰ ਤਰੀਕਾ ਕੀ ਹੁੰਦਾ ਕਿ ਜਿਹੜੇ ਤੁਹਾਡੇ ਨੇੜੇ ਮਿਲਦੇ ਆ ਉਹਨਾਂ ਨੂੰ ਹੀ ਉਹਨਾਂ 'ਤੇ ਹੀ ਤੁਸੀਂ ਆਪਣਾ ਦਬਾਅ ਬਣਾਓ। ਤਾਂ ਇੱਥੇ ਫਿਰ ਕੀ ਹੋਇਆ ਕਿ ਪੰਜਾਬ ਦੇ ਅੰਦਰ ਜਿਹੜੇ ਹਿੰਦੂ ਅਤੇ ਸਿੱਖ, ਕਿਉਂਕਿ ਮੁਸਲਮਾਨਾਂ ਨੂੰ ਤਾਂ ਅਸੀਂ ਪਹਿਲਾਂ ਹੀ 47 ਵਿੱਚ ਅਲੱਗ ਕਰ ਚੁੱਕੇ ਸੀ, ਤਾਂ ਇਹ ਜਿਹੜੀਆਂ 2 ਕੌਮੀਅਤ ਜਾਂ 2 ਸਮਾਜ ਬਚ ਗਏ ਸੀ, ਭਾਈਚਾਰੇ ਬਚ ਗਏ ਸੀ, ਇਹਦੇ ਉੱਤੇ ਇੱਕ ਬਹੁਤ ਵੱਡਾ ਉਦੋਂ ਅਟੈਕ ਹੋ ਗਿਆ। ਤਾਂ ਇੱਕ ਦੂਜੇ ਨਾਲ ਬੇਪਰਵਾਹੀ ਬੇਵਸਾਹੀ ਵਾਲਾ ਇੱਕ ਤਰ੍ਹਾਂ ਦਾ ਰਿਸ਼ਤਾ ਸੀ, ਉਹ ਬਣ ਗਿਆ। ਤਾਂ ਉਹਨਾਂ ਦਿਨਾਂ 'ਚ ਫਿਰ ਇਹ ਮੈਂ ਜਿਹੜੀ ਨਜ਼ਮ ਸੀ, ਗਜ਼ਲ ਸੀ, ਉਹ ਲਿਖਣੀ ਸ਼ੁਰੂ ਕੀਤੀ। ਗਜ਼ਲ ਦਾ ਜਿਹੜਾ ਆਰੰਭ ਸੀ ਉਹ ਕਦੋਂ ਬਣਿਆ, ਕਿਵੇਂ ਬਣਿਆ, ਜਾਂ ਇੱਕ ਬਹੁਤ ਦਿਲਚਸਪ ਹੁੰਦੀ ਹੈ ਕਿ ਤੁਸੀਂ ਉਸੇ ਦਿਨ ਹੀ ਕੋਈ ਚੀਜ਼ ਘਟਨਾ ਨੂੰ ਦੇਖ ਕੇ ਜਾਂ ਉਹਦਾ ਅਸਰ ਲੈ ਕੇ ਨਜ਼ਮ ਲਿਖ ਦਿੰਦੇ ਹੋ, ਕਿ ਇਹ ਅਖਬਾਰ ਦੀ ਖਬਰ ਵਾਂਗੂ ਹੁੰਦੀ ਹੈ ਕਿ ਤੁਸੀਂ ਉਸੇ ਦਿਨ ਉਹਨੂੰ ਲਿਖਣਾ ਹੁੰਦਾ, ਜਾਂ ਇਹ
ਬਾਅਦ ਵਿੱਚ ਜਾ ਕੇ ਕਿਸੇ ਨਾ ਕਿਸੇ ਰੂਪ ਦੇ ਅੰਦਰ ਬਣਦੀ ਹੈ। ਤਾਂ ਇਸ ਗਜ਼ਲ ਨੂੰ ਮੈਂ ਜਦੋਂ ਦੁਬਾਰਾ ਤੋਂ ਪੜ੍ਹਿਆ ਸਮਝਿਆ ਤਾਂ ਪਹਿਲਾ ਮੈਂ ਜਿਹੜਾ ਸ਼ੇਰ ਲਿਖਿਆ ਕਿ ਔੜ ਇੱਦਾਂ ਹੀ ਜੇ ਕਰੇ ਜਾਰੀ ਰਹੀ, ਰੂਹਾਂ ਤੇਹਾਂ ਦੇ ਮਸਲੇ ਹੀ ਮੁੱਕ ਜਾਣਗੇ। ਪਹਿਲਾਂ ਨਦੀਆਂ ਦੀ ਚਿੰਤਾ ਸੀ, ਹੁਣ ਜਾਪਦਾ ਇੱਥੇ ਨੈਣਾਂ ਦੇ ਪਾਣੀ ਵੀ ਸੁੱਕ ਜਾਣਗੇ। ਹੁਣ ਇਹਦੇ ਪਿੱਛੇ ਘਟਨਾ ਕੀ ਸੀ? ਘਟਨਾ ਸੀ ਕਿ ਪੰਜਾਬ ਦੇ ਅੰਦਰ ਜਿਹੜੇ ਸਿੱਖ ਖਾੜਕੂ ਸੀ ਉਹਨਾਂ ਨੇ ਫਿਰ ਜਿਹੜੇ ਹਿੰਦੂ ਕਮਿਊਨਿਟੀ ਸੀ, ਜਿਹੜੇ ਸ਼ਕਲੋਂ ਸੂਰਤੋਂ ਸਿੱਖ ਨਹੀਂ ਸੀ, ਉਹਨਾਂ ਨੇ ਸ਼ਿਕਾਰ ਬਣਾਉਣਾ ਸ਼ੁਰੂ ਕੀਤਾ। ਅਤੇ ਸਭ ਤੋਂ ਪਹਿਲੀ ਘਟਨਾ ਖੁੱਡਾ ਪਿੰਡ ਦੇ ਵਿੱਚ ਵਾਪਰੀ। ਸ਼ਾਇਦ ਇਹ ਗੱਲ ਹੈਗੀ ਆ ਕੋਈ 83 ਦੇ ਆਸ-ਪਾਸ, ਨਹੀਂ 83 ਨਹੀਂ, ਇਹ ਮੈਂ 87 ਦੀ ਗੱਲ ਕਰ ਰਿਹਾ, 87। ਦਰਬਾਰ ਸਾਹਿਬ ਦੇ ਹਮਲੇ ਹੋ ਕੇ ਸਾਰਾ ਕੁਛ ਹੋ ਚੁੱਕਾ ਸੀਗਾ। ਤਾਂ ਉਹਨਾਂ ਨੇ ਬੱਸ ਵਿੱਚੋਂ ਕੋਈ 25 ਬੰਦੇ ਉਤਾਰ ਕੇ ਇੱਕ ਦਿਨ ਮਾਰ ਦਿੱਤੇ। ਬਹੁਤ ਵੱਡਾ ਨੰਬਰ ਸੀ, ਮਤਲਬ 25 ਬੰਦੇ ਮਾਰ ਦੇਣੇ। ਹਾਲਾਂਕਿ 5-5 4-4 ਤਾਂ ਫਿਰ ਬਾਅਦ ਫਿਰ 25 ਤੋਂ ਵੀ ਬਹੁਤ, ਤਾਂ ਫਿਰ ਤਾਂ ਆਮ ਹੀ ਹੋ ਗਿਆ ਇਹ ਕੰਮ। ਇਸ ਤਰ੍ਹਾਂ ਹੀ ਜਿਵੇਂ ਬੱਸ ਕੋਈ ਰੋਕ ਲਈ ਤੁਸੀਂ ਤਾਂ ਉਹਦੇ ਵਿੱਚ ਹਾਂਜੀ ਪੱਗਾਂ ਵਾਲੇ ਬਾਹਰ ਆ ਜਾਓ ਜਾਂ ਮੋਨੇ ਬਾਹਰ ਆ ਜਾਓ, ਤਾਂ ਉਹ ਅਲੱਗ ਕਰਕੇ ਉਹਨਾਂ ਨੂੰ ਉਹ ਸਾਰਾ ਬਿਰਤਾਂਤ ਇਹਦੇ ਮਤਲਬ ਵਰਿਆਮ ਸੰਧੂ ਦੀ ਕਹਾਣੀ ਵਿੱਚ ਵੀ ਚੌਥੀ ਕੂਟ ਦੇ ਅੰਦਰ ਇਹਦਾ ਇੱਕ ਤਰ੍ਹਾਂ ਦਾ ਇਹ ਜਿਹੜਾ ਡਰ ਦਾ ਮਾਹੌਲ ਉਹ ਬਣਿਆ ਹੋਇਆ। ਤਾਂ ਇਹ ਜਿਹੜੀ ਘਟਨਾ ਸੀ ਇਹਨੇ ਹਾਲਾਤ ਆ ਜਦੋਂ ਮੈਂ ਸਵੇਰੇ ਅਖਬਾਰ ਦੇਖਿਆ ਉਹਦਾ ਅਸਰ ਤੁਹਾਡੇ 'ਤੇ ਰਿਹਾ ਵੀ ਇਹ ਇੰਨਾ ਜ਼ੁਲਮ ਕਿਵੇਂ ਹੋ ਰਿਹਾ। ਕਵੀ ਮਨ ਉੱਤੇ ਹੋਰ ਹੁੰਦਾ, ਪਰ ਹੌਲੀ ਹੌਲੀ ਜਿਵੇਂ ਤੁਸੀਂ ਆਪਣੇ ਫਿਰ ਕੰਮਾਂ ਧੰਦਿਆਂ 'ਚ ਪੈ ਜਾਂਦੇ ਹੋ, ਦਿਨ ਪੈ ਗਏ ਇਸ ਤਰ੍ਹਾਂ, ਪਰ ਉਹ ਜਿਹੜੀ ਗੱਲ ਦਾ ਅਸਰ ਸੀ ਉਹ ਮੇਰੇ ਉੱਤੇ ਰਿਹਾ। ਅਤੇ ਇੱਕ ਮੇਰੇ ਅੰਦਰ ਦੂਹਰਾ ਹੁੰਗਾਰਾ ਚੱਲਦਾ ਰਿਹਾ। ਜਿਵੇਂ ਮੈਂ ਇੱਕ ਬਹੁਤ ਹੁਣ ਬਾਅਦ ਵਿੱਚ ਜਾ ਕੇ ਗਜ਼ਲ ਤਾਂ ਨਹੀਂ ਪੂਰੀ, ਇੱਕ ਮੈਂ ਮਤਲਬ 4 ਸਤਰਾਂ ਲਿਖੀਆਂ ਕਿ ਚੁੱਪ ਨੂੰ ਠੋਕਰ ਮਾਰੀ, ਦੱਬੀ ਚੀਕ ਨੂੰ ਨਾਅਰਾ ਕੀਤਾ। ਚੁੱਪ ਨੂੰ ਠੋਕਰ ਮਾਰੀ, ਦੱਬੀ ਚੀਕ ਨੂੰ ਨਾਅਰਾ ਕੀਤਾ। ਅੱਜ ਮੈਂ ਆਪਣੇ ਅੱਗੇ ਖੜ੍ਹ ਕੇ ਆਪ ਮੁਜ਼ਾਹਰਾ ਕੀਤਾ। ਔਰ ਉਹਦੇ ਵਿੱਚ ਇੱਕ ਲਾਈਨ ਲਿਖੀ ਕਿ ਅੱਜ ਮੈਂ ਆਪਣਾ ਲਿਖਿਆ ਸਾਰਾ ਫੇਰ ਦੁਬਾਰਾ ਪੜ੍ਹਿਆ, ਖੁਦ ਨੂੰ ਪੁੱਛਿਆ ਕਵੀਆ ਕੀ ਕਵਿਤਾ ਤੋਂ ਬਾਹਰਾ ਕੀਤਾ। ਤਾਂ ਇਸ ਤਰ੍ਹਾਂ ਦਾ ਇੱਕ ਜਿਹੜਾ ਦੂਹਰਾ ਹੁੰਗਾਰਾ ਹੈ ਕਲਾਕਾਰ ਦਾ ਜਾਂ ਕਵੀ ਦਾ, ਉਹ ਆਪਣੇ ਨਾਲ ਇਸ ਤਰ੍ਹਾਂ ਦਾ ਵੀ ਚੱਲਦਾ ਵੀ ਤੂੰ ਜੋ ਲਿਖ ਰਿਹਾ ਇਮਾਨਦਾਰੀ ਨਾਲ ਲਿਖ ਰਿਹਾ, ਜਾਂ ਤੇਰੀ ਕਵਿਤਾ ਦੇ ਅੰਦਰ ਇਮਾਨਦਾਰੀ ਦੀ ਮੌਤ ਤਾਂ ਨਹੀਂ ਕਿਤੇ ਹੋ ਗਈ। ਇਹ ਸਾਰਾ ਕੁਛ ਜਿਹੜਾ ਸੀ ਹੁੰਗਾਰਾ ਮੇਰੇ ਅੰਦਰ ਚੱਲਦਾ ਰਿਹਾ। ਅਤੇ ਜਦੋਂ ਮੈਂ ਇਸ ਗੱਲ ਨੂੰ ਕੋਈ ਗੁਜ਼ਰ ਗਏ 4 ਮਹੀਨੇ 2 ਮਹੀਨੇ 6 ਮਹੀਨੇ, ਇਹਨਾਂ ਨਹੀਂ 2-4 ਮਹੀਨੇ ਹੋਣਾ, ਪਰ ਉਹ ਜਿਹੜੀ ਘਟਨਾ ਸੀ ਮੇਰੇ ਨਾਲ ਚੱਲਦੀ ਰਹੀ। ਅਤੇ ਮੈਂ ਸੋਚ ਰਿਹਾ ਵੀ ਜੇ ਮੈਂ ਆਪਣੇ ਆਪ ਨੂੰ ਸੰਵੇਦਨਸ਼ੀਲ ਬੰਦਾ ਸਮਝਦਾ ਹੋਇਆ, ਆਪਣੇ ਆਪ ਨੂੰ ਕਵੀ ਸਮਝਦਾ ਹੋਇਆ ਵੀ ਇਸ ਐਡੀ ਵੱਡੀ ਘਟਨਾ ਨੂੰ ਭੁੱਲੀ ਬੈਠਾ, ਤਾਂ ਜਿਹੜੇ ਆਮ ਲੋਕ ਨੇ ਜਿਨ੍ਹਾਂ ਨੂੰ ਅਸੀਂ ਕਹਿੰਦੇ ਹਾਂ ਵੀ ਘੱਟ ਸੰਵੇਦਨਸ਼ੀਲ ਨੇ ਜਾਂ ਇਸ ਤਰ੍ਹਾਂ ਦੇ ਨਜ਼ਰੀਏ ਨਾਲ ਨਹੀਂ ਚੀਜ਼ਾਂ ਨੂੰ ਦੇਖਦੇ, ਉਹਨਾਂ ਤੋਂ ਕੀ ਤਵੱਕੋ ਕੀਤੀ ਜਾ ਸਕਦੀ ਹੈ। ਤਾਂ ਇਉਂ ਇੱਕ ਮੇਰੇ ਅੰਦਰ ਉਹ 2 ਬਿੰਬ ਬਣ ਕੇ ਉੱਭਰ ਆਏ, ਜਿਹਨੂੰ ਮੈਂ ਫਿਰ ਇਹਦੇ ਗਜ਼ਲ ਦੇ ਅੰਦਰ ਲਿਆ। ਤਾਂ ਜਿਹੜੇ ਸੰਵੇਦਨਸ਼ੀਲ ਲੋਕ ਸੀ ਉਹਨਾਂ ਲਈ ਫਿਰ ਮੈਂ ਬਿੰਬ ਵਰਤਿਆ ਨੈਣਾਂ ਦਾ ਪਾਣੀ, ਜਿਹੜਾ ਅੱਖਾਂ ਦਾ ਪਾਣੀ ਹੁੰਦਾ। ਅਤੇ ਇੱਕ ਫਿਰ ਜਿਹੜੇ ਆਮ ਬੰਦੇ ਸੀ ਉਹਨਾਂ ਲਈ ਮੈਂ ਨਦੀਆਂ ਜਾਂ ਦਰਿਆ, ਜਿਹੜਾ ਸਧਾਰਨ ਪਾਣੀ ਵਰਤ ਕੇ ਉਹਦੇ ਵਿੱਚੋਂ ਫਿਰ ਇਹ ਸ਼ੇਰ ਬਣਿਆ ਕਿ ਔੜ ਇੱਦਾਂ ਹੀ ਜੇਕਰ ਇਹ ਜਾਰੀ ਰਹੀ, ਰੂਹਾਂ ਤੇਹਾਂ ਦੇ ਮਸਲੇ ਹੀ ਮੁੱਕ ਜਾਣਗੇ। ਪਹਿਲਾਂ ਤਾਂ ਜਿਹੜੇ ਆਮ ਬੰਦਿਆਂ ਦਾ ਫਿਕਰ ਸੀ ਕਿ ਇਹਨਾਂ ਨੂੰ ਕੁਛ ਨਹੀਂ, ਹੁਣ ਤਾਂ ਸੰਵੇਦਨਸ਼ੀਲ ਬੰਦੇ ਹੀ ਸੁੰਨ ਹੋਈ ਜਾ ਰਹੇ ਆ। ਪਹਿਲਾਂ ਨਦੀਆਂ ਦੀ ਚਿੰਤਾ ਸੀ, ਹੁਣ ਜਾਪਦਾ ਇੱਥੇ ਨੈਣਾਂ ਦੇ ਪਾਣੀ ਵੀ ਸੁੱਕ ਜਾਣਗੇ। ਔਰ ਇਸ ਗਜ਼ਲ ਦਾ ਮਤਲਬ ਬਹੁਤ ਵਾਰੀ ਇੱਕ ਜਿਹੜਾ ਮੈਂ ਕੱਲ੍ਹ ਅਵਤੁਸ਼ੈਂਕੋ ਦੀ ਜ਼ਿਕਰ ਕੀਤਾ ਸੀ, ਰੂਸੀ ਕਵੀ ਸੀ, ਉਹ ਮੁੰਡਾ ਕਹਿੰਦਾ ਮੈਂ ਪਹਿਲਾਂ ਕੁਛ ਕਵਿਤਾਵਾਂ ਲਿਖਣੀਆਂ ਸ਼ੁਰੂ ਕੀਤੀਆਂ ਜਦੋਂ ਮੈਂ ਯੰਗ ਸੀਗਾ। ਤਾਂ ਕਵਿਤਾ ਲਿਖੀ ਅਤੇ ਕਹਿੰਦਾ ਸਾਡੇ ਇੱਕ ਮੁਹੱਲੇ ਵਿੱਚ ਇੱਕ ਰੈੱਡ ਨਾਂ ਦਾ ਮੁੰਡਾ ਸੀ ਜਿਹੜਾ ਬਹੁਤ ਬੁਲੀ ਕਰਦਾ ਸੀ ਦੂਜਿਆਂ ਨੂੰ। ਆਂਦਾ ਉਹ ਆਪਣੇ ਚੌਂਕੜੀ ਦੇ ਵਿੱਚ ਬੈਠੇ ਜਿਹੜੇ ਉਹਦੇ ਨਾਲ 5-4 ਹੋਰ ਉਹਦੇ ਦੋਸਤ ਸੀ ਉਹਦੇ, ਅਤੇ ਕਹਿੰਦਾ ਜਦੋਂ ਮੈਂ ਉੱਥੋਂ ਦੀ ਲੰਘਣਾ ਸ਼ੁਰੂ ਕੀਤਾ ਕਹਿੰਦਾ ਵੀ ਤੂੰ ਆਹ ਕਵਿਤਾਵਾਂ ਲਿਖਦਾ। ਅਤੇ ਉਹਦੇ ਕੋਈ ਇੱਥੇ ਪਿੱਤਲ ਦੀ ਕੋਈ ਚੀਜ਼ ਕਹਿੰਦਾ ਤਿੱਖੀ ਉਹਦੀ ਜੇਬ 'ਚ ਹੁੰਦੀ ਸੀ, ਉਹ ਬਸ ਇੱਥੋਂ ਕੱਢ ਕੇ ਉਂਗਲ 'ਚ ਪਾਉਂਦਾ ਸੀ, ਅਤੇ ਉਹਨੇ ਆਂਦਾ ਮੇਰੇ ਮੱਥੇ 'ਚ ਮਾਰੀ ਅਤੇ ਮੈਨੂੰ ਕਵਿਤਾ ਅਤੇ ਸੁਰਤ ਭੁੱਲ ਗਈ ਮੇਰੀ ਲਹੂ ਦੀ ਤਤੀਰੀ। ਅਤੇ ਇਸ ਤਰ੍ਹਾਂ ਪਰ ਮੈਂ ਉਸ ਦਿਨ ਕਹਿੰਦਾ ਮੈਂ ਨਿਸ਼ਚਾ ਕਰ ਲਿਆ ਕਿ ਮੈਂ ਭਾਵੇਂ ਸਰੀਰ ਵਿੱਚ ਉਦੋਂ ਮਾੜਾ, ਪਰ ਮੈਂ ਆਪਣੀ ਕਵਿਤਾ ਡਿਫੈਂਸ ਕਰੂੰਗਾ। ਉਹ ਕਹਿੰਦਾ ਫਿਰ ਮੈਂ 2 ਮਹੀਨੇ ਜਾਪਾਨ ਦੀ ਕੋਈ ਕਿਤਾਬ ਪੜ੍ਹ ਕੇ ਕਿ ਜਿਹਦੇ ਨਾਲ ਤਕੜੇ ਨੂੰ ਹਰਾਇਆ ਜਾ ਸਕਦਾ, ਮੈਂ ਉਹਦੀ ਟ੍ਰੇਨਿੰਗ ਕੀਤੀ। ਅਤੇ ਜਦੋਂ ਮੈਨੂੰ ਲੱਗਿਆ ਕਿ ਅੱਜ ਮੈਂ ਹੁਣ ਬਿਲਕੁਲ ਕਾਇਮ ਹਾਂ, ਜਿਹੜੀ ਉਹਨੇ ਗੱਲ ਮਤਲਬ ਇਸ ਸਾਰੀ ਘਟਨਾ ਦੇ ਪਿੱਛੇ ਦੱਸੀ ਕਿ ਮੈਂ ਜੋ ਲਿਖ ਰਿਹਾ ਉਹਦੇ ਪਿੱਛੇ ਮੈਨੂੰ ਫਿਰ ਖੜ੍ਹਨਾ ਚਾਹੀਦਾ, ਮੈਨੂੰ ਆਪਣੀ ਕਵਿਤਾ ਨੂੰ ਬਚਾਉਣਾ ਵੀ ਪਏਗਾ। ਜਿਹਦੇ ਵਿੱਚ ਆਪਾਂ ਕੱਲ੍ਹ ਗੱਲ ਕਰ ਰਹੇ ਸੀ ਕਿ ਕਵਿਤਾ ਦੇ ਅੰਦਰ ਇੱਕ ਸੱਚਾਈ ਹੋਣੀ ਬਹੁਤ ਲਾਜ਼ਮੀ ਹੈ, ਇਮਾਨਦਾਰੀ ਹੋਰ ਬਹੁਤ ਲਾਜ਼ਮੀ ਹੈ। ਤਾਂ ਕੀ ਤੁਸੀਂ ਉਹ ਸਾਰੇ ਅਨੁਭਵ ਦੇ ਅੰਦਰ ਉਹ ਕਰਦੇ ਹੋ? ਤਾਂ ਜਿਹੜੀ ਉਹ ਮਤਲਬ ਗੱਲ ਸੀ ਯਵਤੁਸ਼ੈਂਕੋ ਵਾਲੀ, ਉਹ ਫਿਰ ਕਹਿੰਦਾ ਵੀ ਮੈਂ ਜਦੋਂ ਉਹਦੇ ਕੋਲ ਗਿਆ
तो वो मैनू कहते भी हाँ होर कुछ चाहिए तैनूं हजे। कहता उन्हें जो जेब च हत्थ पाया तो वो हत्थ पाउण तो पहलां ही वो ऐसा मारिया मुक्का अपनी टैकनीक नाल कि वो एकदम बेहोश ही हो गया। उस तो बाद वो सारे खिंड गए। तो फिर मैंने लग्या मैं अज अपनी कविता के बिल्कुल नाल खड़ा होया, कल्ली कविता लिख के मैं कल्ली नहीं छड्ड दित्ती। तो मैं जिहड़ी गल इहदे नाल जोड़ रिहा सी कि ये जिहड़ा सारे का सारा खाड़कू या एक भै का एहसास सी, वो तो मैं अखबारां चों पढ़िया होया सी। मेरे अपने नाल तां कुछ नहीं वापरिया सी, पर एक दिन सच्ची मुच्ची मेरे नाल अपने नाल भी ये वापर गया कि मैं एक शाम गहरी शाम मैं साइकिल ते कोटकपूरा मेरा शहर लगदा पिंड दे नाल, उत्थों मैं जा रहा सी ते पिंड दा जिहड़ा सूआ सी उत्थों थोड़ा तंग पुल सी, उत्थों मैं जो गुजरन लगा तो दो बंदे मैनू खड़े नज़र आए। उन्होंने मेरे साइकिल नूं हत्थ दे के रोक लिया। तो एक साइकिल से उन्होंने कोले, तो बाद में मैंने पता लगे भी उन्होंने शराब बहुत ज़्यादा पीती हुई सी, वो डिग रहे सी। तो एक जिहड़ा साइकिल उहदा एक दा पैंचर पुंचर हो गया सी। वो फिर कहंदे भी आ जिहड़ा बंदा है तूं इहनूं पिछे बिठा ला। वो बंदा एक मेरे साइकिल के पिछे बैठ गया कैरीयर उत्ते, एक दूजा फिर बंदा नाल नाल चलदा गया। तो उन्हें मैनू बंदे ने पुछया भी काका किहड़े पिंड जाना तूं? मैं दस्सिया कि मैं कोहार वाले पिंड जाना। कहंदे बस ठीक है हाँ असीं भी उधर ही जाना। तो मैं कहंदा हैगा रामण, उन्हें अपना नाम दस्सिया। वो रामण वो बंदा सी जिहड़ा साडे गुआंढी पिंड दा सी, जिहड़ा एक बस कांड दे अंदर लोड़ींदा सी, जिहड़े बस कांड दे विच बाद च खप्पियां वाली मुक्तसर विच एक बस दे विच इस तरह 10-12 बंदे मारे गए सी। वो बंदा उहदे विच वांटड सी। सानूं पिंडां चों जिहड़ी खबर सी कि ये सी उत्थों दा इनवॉल्व सी। जदों उन्हें कहा कि मैं वो हाँ, तो मैं इक्कोदम ही मेरी सारी जिहड़ी जिवें अंग्रेजी च आपां कहने स्पाइन तुहाडी चिल कर जाती है कि हुण यह की होया। वो चलदियां बस थोड़ा कोई 2 किलोमीटर मेरे पिंड तो पिछे सी। मैनू वो कहंदे जो पिंड असीं पहुंचे भी कहंदे चल बस सानूं उतार दे। मैं बस घर पहुंचा जाके, तो थोड़ी देर बाद 10-15 मिनटां बाद फायरिंग बहुत जोरदार होण लग पई। तो सवेरे पता लग्या, क्योंकि रातां नूं तो फिर कोई निकलदा नहीं सी उन्हां दिनां च, बाद सवेरे पता लग्या भी इत्थे पुलिस ने एनकाउंटर करके 2 बंदे फड़ लिओ। तो वो बाद विच पता लग्या भी जिहड़ा एक बंदा जिहड़ा मेरे पिछे बैठा सी वो तां सीगा ही उहदे च इनवॉल्व, जिहड़ा दूजा बंदा सी वो पुलिस की मिली भुगत नाल उहनूं अरैसट कराउण आया सी। तो मैनूं ख्याल आया भी जे किते पुलिस 15 मिनट पहलां आ जांदी बाई दा वे, तो मैं भी फिर तीजा बंदा उत्थे मुकाबले विच होना सी, जां टॉर्चर भी जाना सी, जां बहुत सारे पैसे दे के पुलिस तो छुट्टना पैना सी। उहदी कोई व्याख्या नहीं। तो उत्थे फिर मैं वो शेर जिहड़ा लिखिया इस गज़ल दा कि आगनी है पागल है मूँह जोर है, ये ना सोची कि सड़दा कोई होर है, लांबू इधर दी लंघे जदों टहल दे, खौरे किहड़े बरूहां ते रुक जाणगे। तो इस तरह जिहड़ी सानूं अग बहुत दूर लग्गियां होर तरह की लगदी है, ਜਦੋਂ ਤੁਹਾਡੇ ਆਪਣੇ ਘਰ ਦੇ ਕੋਲ ਆਉਂਦੀ ਹੈ, ਤੁਹਾਡੇ ਆਪਣੇ ਮਾਸ ਦੇ ਕੋਲ ਦੀ ਲੰਘਦੀ ਹੈ, ਤਾਂ ਫਿਰ ਤੁਹਾਨੂੰ ਉਹਦਾ ਸੇਕ, ਉਹਦੀ ਤਾਸੀਰ ਹੋਰ ਤਰੀਕੇ ਦੀ ਪਤਾ ਲੱਗਦੀ ਹੈ। ਤਾਂ ਮੈਂ ਜਿਹੜੀ ਗਜ਼ਲ ਦੇ ਵਿੱਚ ਇੰਟਰਸਟਿੰਗ ਗੱਲਾਂ ਮੈਨੂੰ ਲੱਗੀਆਂ, ਇੱਕ ਇਹਦੇ ਅੰਦਰ ਸ਼ੇਰ ਸੀਗਾ ਕਿ ਇੱਥੇ ਕਾਲੇ ਦਰਖਤਾਂ ਦੀ ਛਾਂ ਹੈ ਅਜੇ, ਸਾਡਾ ਸੂਰਜ ਹੀ ਹੋਰਾਂ ਦੇ ਨਾਂ ਹੈ ਅਜੇ, ਐਸੀ ਥਾਵੇਂ ਕੀ ਬੀਜਾਂਗੇ ਸੂਰਜਮੁਖੀ, ਬੂਟੇ ਉਗਣਗੇ ਆਥਣ ਨੂੰ ਸੁੱਕ ਜਾਣਗੇ। ਇਹ ਸਾਰੀ ਉਸ ਭਾਵ ਦਾ ਇੱਕ ਤਰ੍ਹਾਂ ਦਾ ਸਾਰ ਅੰਸ਼ ਸੀਗਾ ਉਹਦੇ ਅੰਦਰ। तो एक जिहड़ा शेर बनिया वो सी कि मैं उदों बहुत मतलब कह लो नवीं उम्र का सी कवि, तो मैनू दिल्ली उन्होंने लाल किला उत्ते जिहड़ा कौमी कवि दरबार हुंदा सी, उहदे लई सद्दिया पहली बार। उत्थे मैं ये गज़ल पढ़नी सी, मैं लगे भी ये 4 शेर है, तो एक अद्धा होर पूरा हो जाए तो चलो मैं यही उत्थे जाके पढ़ूँगा नवीं चीज़। तो रस्ते च की होया, मैं जी ट्रेन में जा रहा सी रात नूं उत्थे पहुँचण लई, तो उत्थे हरियाणे दे अंदर मतलब कोई कपल सी जिहदी सीट उत्ते कोई नौजवान मुंडे जिहड़े बैठ गए रिजर्वेशन ते उन्होंने झगड़ा करन लग पे। पर वो अगों क्योंकि परिवार वाला उन्होंने नाल कोई बहसबाजी विच नहीं पिया, तो जिहड़ा टिकट वाला हुंदा बंदा उन्हां दा कंडक्टर हुंदा ट्रेन का, उन्हें कहा जी कोई नहीं, मैं तुसीं आ जाओ इत्थों उठ के, मैं तुहानूं होर थां ते एडजस्ट कर देना, तुसीं इन्हां नाल झगड़े विच ना पाओ। तो वो उत्थों उठ के चले गए। उत्थों फिर अचानक बस मेरे अंदर वो एक शेर बनया इसे गज़ल का, जिहदे नाल गज़ल पूरी होगी कि ये परिंदे तो इत्थे ही रहने सदा, इत्थे उड्डणे ते इत्थे ही बहने सदा, तेरे जंगल च जे ना इजाजत मिली, साडे ख्वाबां दे बिरखां च लुक जाणगे। तो इस तरीके नाल ये मतलब गज़ल एक मुकम्मल हुई, पर ये पिछे जिहड़ा सारे का सारा भाव सी वो एक कंटीन्यूटी दे अंदर एक जिहड़े दौर का पूरे का पूरा इतिहास इस गज़ल दे अंदर लिखिया गया। एक होर गज़ल जिहड़ी मैं पिछले दिनां विच लिखी, पिछले साल लिखी, वो सी कि मैं किहड़े देश विच हाँ रोज़ नक्शा देखदा हाँ। तो ये जिहड़े देश के हालात ने, तुसीं सब जानते हो जागरूक लोग हो कि जिस किस्म के साडे हालात पिछले 5-7 सालां च मुल्क दे बन गए ने, है ना, उहदे विच बहुत सारे सहनशीलता का मसला आ गया, धर्म की आज़ादी का आ गया,
ਹੁਣ ਤੱਕ ਕੱਪੜਿਆਂ ਤੱਕ ਆ ਗਿਆ ਕਿ ਤੁਸੀਂ ਕੀ ਪਾਉਣਾ ਅਤੇ ਕੀ ਨਹੀਂ ਹੈ। ਇਹ ਸਾਰਾ ਕੁਛ ਜਿੱਧਰ ਨੂੰ ਜਾ ਰਿਹਾ ਸੀ, ਮਨ ਦੇ ਅੰਦਰ ਇਕੱਠਾ ਤਾਂ ਬਹੁਤ ਚਿਰ ਦਾ ਹੋ ਰਿਹਾ ਸੀ, 4 ਸਾਲਾਂ ਦਾ ਹੀ ਹੋ ਰਿਹਾ ਸੀ, ਪਰ ਉਹ ਜਦੋਂ ਕਿਸੇ ਸਤਰ ਨੇ ਬਣਨਾ ਹੁੰਦਾ ਉਹਦਾ ਕੋਈ ਨਾ ਕੋਈ ਅਚਾਨਕ ਵੀ ਕਾਰਨ ਬਣਦਾ। ਇਹਦਾ ਕਾਰਨ ਕੀ ਬਣਿਆ, ਜਦੋਂ ਅਸੀਂ ਕੁਛ ਪਾਕਿਸਤਾਨ ਦੇ ਆਪਣੇ ਸ਼ਾਇਰ ਦੋਸਤਾਂ ਨੂੰ ਬੁਲਾਉਣਾ ਚਾਹੁੰਦੇ ਸੀ, ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਵੀ ਉਹਨਾਂ ਨੂੰ ਬੁਲਾਇਆ ਸੀ, ਅਤੇ ਉਹਦੇ ਪਿੱਛੇ ਮੈਨੂੰ ਇਸ ਲਾਲਚ ਸੀ ਕਿ ਸਾਡੇ ਦੋਸਤ ਨੇ ਬਾਬਾ ਨਜਮੀ ਹੈ, ਅੰਜੁਮ ਸਲੀਮੀ ਹੈ, ਸਾਬਰ ਅਲੀ ਸਾਬਰ ਹੈ, ਅਫਜ਼ਲ ਸਾਹਿਰ ਹੈ, ਤਾਹਿਰ ਅਸਰਾ ਨੇ, ਇਹ ਅਸੀਂ 5-6 ਲੋਕਾਂ ਨੂੰ ਬੁਲਾਉਣ ਲਈ ਐਕਸਰਸਾਈਜ਼ ਕੀਤੀ। ਔਰ ਸਾਨੂੰ ਜਿਹੜੀਆਂ ਸਾਰੀਆਂ ਇੰਟੈਲੀਜੈਂਸ ਜਾਂ ਦੂਜੀਆਂ ਸੀ ਕਿ ਹਾਂਜੀ ਬਸ ਵੀਜ਼ਾ ਇਨ ਫਲਕਸ, ਉਹ ਪ੍ਰੋਸੈਸ ਹੋ ਰਿਹਾ ਜੀ, ਬਸ ਹੁਣੇ ਹੀ ਪਤਾ ਲੱਗ ਜਾਏਗਾ ਜੀ ਹੈ। ਔਰ ਤੁਸੀਂ ਜਾਣਦੇ ਹੋਵੋਗੇ, ਜਿਨ੍ਹਾਂ ਨੂੰ ਅਨੁਭਵ ਹੈ, ਕਿ ਪਾਕਿਸਤਾਨ ਅਤੇ ਭਾਰਤ ਦਾ ਜਿਹੜਾ ਵੀਜ਼ਾ ਪ੍ਰੋਸੈਸ ਹੈ ਉਹਦੇ ਵਿੱਚ ਕੀ ਹੈ ਕਿ ਜੇ ਤੁਸੀਂ ਕੱਲ੍ਹ ਕਿਸੇ ਜਗ੍ਹਾ ਉੱਤੇ ਪਹੁੰਚਣਾ ਹੈ, ਤੁਹਾਡੀ ਇੰਗੇਜਮੈਂਟ ਹੈ ਕਿਸੇ ਜਗ੍ਹਾ ਉੱਤੇ, ਉਹ ਤੁਹਾਨੂੰ ਰਾਤ ਨੂੰ 12 ਵਜੇ ਵੀਜ਼ਾ ਦੇਣਗੇ ਵੀ ਤੇਰੀ ਮਰਜ਼ੀ ਹੈ, ਹੁਣ ਰਾਤ ਨੂੰ ਜਾਣਾ ਤਾਂ ਜਾ ਸਕਦਾ ਅਤੇ ਨਹੀਂ ਜਾਣਾ ਤਾਂ ਜਾਂ ਕੈਂਸਲ ਕਰ ਜਾਂ ਕੁਛ। ਇਹ ਦੋਨਾਂ ਮੁਲਕਾਂ ਦੀ ਪੋਲਿਸੀ ਹੈ। ਉਹ ਵਾਲੇ ਕਹਿੰਦੇ ਤੁਹਾਡੇ ਵਾਲੇ ਵੀ ਇਵੇਂ ਕਰਦੇ ਆ, ਅਤੇ ਤਾਂ ਫਿਰ ਅਸੀਂ ਵੀ ਕਰਦੇ ਹਾਂ ਇਸ ਤਰ੍ਹਾਂ। ਤਾਂ ਇਸ ਤਰੀਕੇ ਨਾਲ ਉਹ ਜਿਹੜੇ ਸ਼ਾਇਰ ਦੋਸਤ ਸੀ ਜਿਨ੍ਹਾਂ ਦਾ ਅਸੀਂ ਬਹੁਤ ਉਡੀਕ ਕਰ ਰਹੇ ਸੀ ਕਿ ਚਲੋ ਇਸ ਤਰ੍ਹਾਂ ਦਾ, ਉਹਨਾਂ ਨੂੰ ਲਾਸਟ ਸਟੇਜ ਉੱਤੇ ਜਾ ਕੇ ਉਹਨਾਂ ਨੇ ਸਾਨੂੰ ਮਤਲਬ ਦੱਸਿਆ ਕੁਛ ਨਹੀਂ ਕਿ ਉਹਨਾਂ ਨੂੰ ਵੀਜ਼ਾ ਨਹੀਂ ਮਿਲ ਸਕਦਾ। ਉਹ ਤਰੀਕ ਆ ਗਈ ਕਿ ਜਿਹੜੇ ਦਿਨ ਉਹਨਾਂ ਨੇ ਅਗਲੇ ਦਿਨ ਆਉਣਾ ਸੀ, ਤਾਂ ਮੈਨੂੰ ਪਤਾ ਸੀ ਸਾਰੇ ਪ੍ਰੋਸੈਸ ਦਾ। ਤਾਂ ਉਹ ਸਾਰਾ ਕੁਛ ਮਤਲਬ ਦੇਖਦੇ ਹੋਏ ਇੱਕ ਐਸਾ ਮਨ ਦੇ ਅੰਦਰ ਗੁੱਸਾ ਔਰ ਬਣਿਆ ਕਿ ਉਹਦੇ 'ਚ ਫਿਰ ਉਹ ਲਾਈਨਾਂ ਬਣੀਆਂ ਉਸ ਰਾਤ, ਜਿਹੜੀਆਂ ਕਿ ਕਈ ਸਾਲਾਂ ਤੋਂ ਜਮ੍ਹਾਂ ਹੋ ਰਹੀਆਂ ਸੀ। ਮੈਂ ਕਿਹੜੇ ਦੇਸ਼ ਵਿੱਚ ਹਾਂ, ਰੋਜ਼ ਨਕਸ਼ਾ ਦੇਖਦਾ ਹਾਂ, ਜਿਵੇਂ ਸਰਹੱਦ 'ਤੇ ਖੜ੍ਹ ਕੇ ਘਰ ਦਾ ਰਸਤਾ ਦੇਖਦਾ ਹਾਂ। ਤੁਸੀਂ ਮੇਰੇ ਸਫ਼ਰ ਨੂੰ ਜਿੰਨਾ ਹਨੇਰਾ ਕਰ ਰਹੇ ਹੋ, ਮੈਂ ਓਨਾ ਜਾਗਦਾ ਹਾਂ, ਹੋਰ ਜ਼ਿਆਦਾ ਦੇਖਦਾ ਹਾਂ। ਤਾਂ ਇਸ ਤਰੀਕੇ ਨਾਲ ਚੀਜ਼ਾਂ ਬਹੁਤ ਵਾਰੀ ਜਮ੍ਹਾਂ ਹੋ ਰਹੀਆਂ ਹੁੰਦੀਆਂ, ਇਕੱਠੀਆਂ ਹੋ ਰਹੀਆਂ ਹੁੰਦੀਆਂ। ਉਹ ਫਿਰ ਕਿਸੇ ਖਾਸ ਘਟਨਾ ਦੇ ਕਾਰਨ, ਕਿਸੇ ਖਾਸ ਮੂਡ ਦੇ ਵਿੱਚੋਂ, ਕਿਸੇ ਖਾਸ ਤਰੀਕੇ ਨਾਲ ਤੁਹਾਡੇ ਅੰਦਰ ਪੈਦਾ ਹੋ ਕੇ ਸਾਹਮਣੇ ਆ ਜਾਂਦੀਆਂ। ਤਾਂ ਇਉਂ ਮਤਲਬ ਸਾਲਾਂ ਵਿੱਚ ਤਾਂ ਮੇਰਾ ਜਿਹੜਾ ਕਵਿਤਾਕਾਰੀ ਦਾ ਸਫ਼ਰ ਹੈ ਉਹ ਕਾਫੀ ਲੰਮਾ, ਪਰ ਸਫ਼ਿਆਂ ਵਿੱਚ ਕਾਫੀ ਛੋਟਾ। ਤਾਂ ਇੰਨੀ ਕੁ ਜਿਹੜੀ ਗੱਲਬਾਤ ਸੀ ਅੱਜ ਦੀ ਸਿਰਜਣ ਪ੍ਰਕਿਰਿਆ ਦੇ ਹਵਾਲੇ ਨਾਲ, ਜਾਂ ਕਵਿਤਾ ਬਣਦੀ ਕਿਸ ਤਰ੍ਹਾਂ, ਜਾਂ ਮੇਰੀਆਂ ਕਵਿਤਾਵਾਂ ਕਿਸ ਤਰ੍ਹਾਂ ਬਣਦੀਆਂ, ਇਹ ਇੱਕ ਇੰਨੀ ਕੁ ਗੱਲਬਾਤ ਸੀ ਜਿਹੜੀ ਆਪਾਂ ਅੱਜ ਸਾਂਝੀ ਕੀਤੀ। ਬਹੁਤ ਸ਼ੁਕਰੀਆ ਤੁਹਾਡਾ।